ਸਿਟਿੰਗ ਅਰੇਂਜਮੈਂਟ ਦਾ ਸੈਕੰਡ ਜਿਹੜਾ ਟੌਪਿਕ ਹੈ ਉਹ ਹੈ ਸਰਕਲ। ਸੋ ਸਰਕਲ ਦੇ ਵਿੱਚ ਆਪਾਂ ਕਿਸ ਤਰ੍ਹਾਂ ਕੁਐਸਚਨ ਨੂੰ ਸੋਲਵ ਕਰਨਾ ਹੈ। ਸੋ ਸਰਕਲ ਨੂੰ ਜਨਰਲੀ ਆਪਾਂ ਨੂੰ 8 ਤੋਂ 9 ਪਰਸਨਸ ਡਿਫਾਈਨ ਕੀਤੇ ਜਾਂਦੇ ਹੈ, ਦੱਸੇ ਜਾਂਦੇ ਹੈ। ਉਹ ਕਈ ਵਾਰ 6 ਜਾਂ 7 ਵੀ ਹੁੰਦੇ ਹੈ। ਸੋ ਜਨਰਲੀ ਜੇ 8 ਪਰਸਨਸ ਹੈ ਤਾਂ 2 4 6 8 ਪਰਸਨਸ ਆਪਾਂ ਇੱਦਾਂ ਅਰੇਂਜ ਕਰ ਸਕਦੇ ਹਾਂ। ਅਤੇ ਜ਼ਿਆਦਾਤਰ ਚਾਂਸਿਸ ਹੈ ਕਿ ਦੱਸਿਆ ਹੁੰਦਾ ਹੈ ਕਿ ਉਹਨਾਂ ਸਾਰਿਆਂ ਦਾ ਫੇਸ ਜਿਹੜਾ ਹੈ ਉਹ ਸੈਂਟਰ ਨੂੰ ਹੈ। ਆਪਾਂ 8 ਪਰਸਨਸ ਇੱਦਾਂ ਵੀ ਬਣਾ ਸਕਦੇ ਹਾਂ। ਸੋ ਜੇ ਤੁਸੀਂ ਬਣਾਉਣਾ ਹੈ 2 4 6 8, ਸੋ ਤੁਸੀਂ 8 ਪਰਸਨਸ ਇੱਦਾਂ ਵੀ ਬਣਾ ਸਕਦੇ ਹੋ, ਠੀਕ ਹੈ। ਅਤੇ ਇਹਨਾਂ ਸਾਰਿਆਂ ਦਾ ਫੇਸ ਕਿੱਧਰ ਨੂੰ ਹੋਏਗਾ, ਸੈਂਟਰ ਹੋਏਗਾ। ਸੋ ਤੁਸੀਂ ਇਸ ਤਰ੍ਹਾਂ ਵੀ ਪਰਸਨਸ ਨੂੰ ਇੱਧਰਲੀ ਸਾਈਡ ਨੂੰ ਇੱਦਾਂ ਅਰੇਂਜ ਕਰ ਸਕਦੇ ਹੋ। ਸੋ ਹੁਣ ਤੁਸੀਂ ਕਿਸ ਤਰ੍ਹਾਂ ਇਹਨੂੰ ਕੁਐਸਚਨ ਨੂੰ ਸੋਲਵ ਕਰੋਗੇ। ਤੁਸੀਂ ਇਹ ਧਿਆਨ ਰੱਖਣਾ ਹੈ ਕਿ ਜਦੋਂ ਵੀ ਤੁਸੀਂ ਕੁਐਸਚਨ ਨੂੰ ਸੋਲਵ ਕਰਨਾ ਹੈ, ਕੁਛ ਇੱਦਾਂ ਦਿੱਤਾ ਹੋਏਗਾ ਸੈਕਿੰਡ ਰਾਈਟ ਜਾਂ ਇਮੀਡੀਏਟ ਨੇਬਰ, ਜਾਂ ਫਿਰ ਸੈਕਿੰਡ ਟੂ ਦ ਲੈਫਟ, ਥਰਡ ਟੂ ਦ ਲੈਫਟ। ਸੋ ਥਰਡ ਟੂ ਦ ਰਾਈਟ, ਸੈਕਿੰਡ ਟੂ ਦ ਰਾਈਟ, ਇਸ ਤਰ੍ਹਾਂ ਇਨਫੋਰਮੇਸ਼ਨ ਦਿੱਤੀ ਹੋਏਗੀ। ਜਦੋਂ ਵੀ ਸਾਨੂੰ ਲੈਫਟ ਦੀ ਇਨਫੋਰਮੇਸ਼ਨ ਦਿੱਤੀ ਹੋਵੇ, ਸੋ ਆਪਾਂ ਕੋਸ਼ਿਸ਼ ਕਰਨਾ ਹੈ ਕਿ ਜੇ ਇਹਨਾਂ ਦਾ ਫੇਸ ਸੈਂਟਰ ਨੂੰ ਹੈ, ਤਾਂ ਜੋ ਕਿ ਮੋਸਟਲੀ ਸੈਂਟਰ ਨੂੰ ਹੋਏਗਾ ਫੇਸ ਸਾਰਿਆਂ ਦਾ, ਤਾਂ ਆਪਾਂ ਕਲੌਕਵਾਈਜ਼ ਡਾਇਰੈਕਸ਼ਨ ਨੂੰ ਜਾਵਾਂਗੇ ਲੈਫਟ ਦੇ ਲਈ, ਠੀਕ ਹੈ। ਜਿੱਦੇ ਸਾਨੂੰ ਕਿਤੇ ਵੀ ਕਿਹਾ ਗਿਆ ਲੈਫਟ ਵੱਲ ਮੂਵ ਕਰਨਾ ਹੈ। ਸੋ ਲੈਟ ਸਪੋਜ਼ ਪਰਸਨ ਹੈ ਕੋਈ ਇੱਥੇ ਏ, ਅਤੇ ਇਹਦੇ ਲੈਫਟ ਵਿੱਚ ਜਾਣਾ ਹੈ, ਤਾਂ ਕਲੌਕਵਾਈਜ਼ ਡਾਇਰੈਕਸ਼ਨ ਇੱਧਰ ਨੂੰ ਜਾਏਗਾ, ਇੱਧਰ ਨੂੰ ਲੈਫਟ ਹੋ ਜਾਏਗਾ, ਠੀਕ ਹੈ। ਸੋ ਕਲੌਕਵਾਈਜ਼ ਕਿੱਧਰ ਨੂੰ ਹੁੰਦੀ ਹੈ, ਜਦੋਂ ਘੜੀ ਘੁੰਮਦੀ ਹੈ। ਸੋ ਇਸ ਤਰ੍ਹਾਂ, ਠੀਕ ਹੈ। ਸੋ ਜੇ ਕੋਈ ਪਰਸਨ ਇੱਥੇ ਹੈ, ਲੈਟ ਸਪੋਜ਼ ਯੂ, ਅਤੇ ਇਹਦਾ ਕਲੌਕਵਾਈਜ਼ ਡਾਇਰੈਕਸ਼ਨ ਇੱਧਰ ਨੂੰ ਲੈਫਟ ਹੋ ਜਾਏਗਾ। ਆਈ ਹੋਪ ਤੁਹਾਨੂੰ ਸਮਝ ਆਉਂਦਾ ਹੈ। ਲੈਟ ਸਪੋਜ਼ ਕੋਈ ਪਰਸਨ ਇੱਥੇ ਬੈਠਾ ਹੈ ਯੂ, ਤਾਂ ਉਹਦਾ ਕਲੌਕਵਾਈਜ਼ ਡਾਇਰੈਕਸ਼ਨ ਇੱਧਰ ਹੋ ਜਾਏਗਾ। ਜੇ ਕੋਈ ਪਰਸਨ ਹੈ ਇੱਥੇ, ਉਹਦਾ ਕਲੌਕਵਾਈਜ਼ ਡਾਇਰੈਕਸ਼ਨ ਲੈਫਟ ਇੱਧਰ ਨੂੰ ਹੋ ਜਾਏਗਾ। ਆਈ ਹੋਪ ਤੁਹਾਨੂੰ ਕਲੀਅਰ ਹੋ ਰਿਹਾ ਹੈ। ਇਸੇ ਤਰ੍ਹਾਂ ਜੇ ਸਾਨੂੰ ਰਾਈਟ ਦੀ ਅਰੇਂਜਮੈਂਟ ਆਉਂਦੀ ਹੈ, ਠੀਕ ਹੈ, ਸੋ ਉਸ ਕੇਸ ਦੇ ਵਿੱਚ ਆਪਾਂ ਐਂਟੀ ਕਲੌਕਵਾਈਜ਼ ਅਰੇਂਜ ਕਰਾਂਗੇ। ਐਂਟੀ ਕਲੌਕਵਾਈਜ਼ ਕਿਸ ਤਰ੍ਹਾਂ, ਜੇ ਕੋਈ ਇੱਥੇ ਪਰਸਨ ਹੈ ਯੂ, ਅਤੇ ਆਪਾਂ ਉਹਦੀ ਐਂਟੀ ਕਲੌਕਵਾਈਜ਼ ਅਰੇਂਜਮੈਂਟ ਇੱਧਰ ਨੂੰ ਕਰਾਂਗੇ। ਇੱਧਰ ਨੂੰ ਹੋਏਗਾ ਰਾਈਟ ਅਤੇ ਇੱਧਰ ਨੂੰ ਹੋਏਗਾ ਲੈਫਟ, ਠੀਕ ਹੈ। ਸਿਮਿਲਰ ਜੇ ਕੋਈ ਪਰਸਨ ਇੱਥੇ ਬੈਠਾ ਹੈ, ਤਾਂ ਉਹਦਾ ਇੱਧਰ ਨੂੰ ਹੋਏਗਾ ਲੈਫਟ, ਕਿਉਂਕਿ ਕਲੌਕਵਾਈਜ਼ ਡਾਇਰੈਕਸ਼ਨ ਹੋ ਗਈ, ਅਤੇ ਇੱਧਰ ਨੂੰ ਕੀ ਹੋਏਗਾ ਰਾਈਟ, ਕਿਉਂਕਿ ਐਂਟੀ ਕਲੌਕਵਾਈਜ਼ ਡਾਇਰੈਕਸ਼ਨ ਹੋ ਗਈ। ਸੋ ਆਪਾਂ ਇਹ ਸਮਝਣਾ ਹੈ ਕਿ ਜਦੋਂ ਆਪਾਂ ਕੋਈ ਵੀ ਪਰਸਨ ਕਿਤੇ ਵੀ ਅਰੇਂਜ ਕੀਤਾ ਹੈ, ਜੇ ਉਹਦੇ ਲੈਫਟ ਵਿੱਚ ਜਾਣਾ ਹੈ ਤਾਂ ਆਪਾਂ ਕਲੌਕਵਾਈਜ਼ ਡਾਇਰੈਕਸ਼ਨ ਵੱਲ ਜਾਵਾਂਗੇ, ਅਤੇ ਜੇ ਰਾਈਟ ਵੱਲ ਜਾਣਾ ਤਾਂ ਐਂਟੀ ਕਲੌਕਵਾਈਜ਼ ਡਾਇਰੈਕਸ਼ਨ ਵੱਲ ਜਾਵਾਂਗੇ। ਆਈ ਹੋਪ ਤੁਹਾਨੂੰ ਇਹ ਸਮਝ ਆ ਰਿਹਾ ਹੈ, ਕਲੀਅਰ ਹੋ ਰਿਹਾ ਹੈ। ਬਾਕੀ ਆਪਾਂ ਕੁਐਸਚਨ ਚੈੱਕ ਕਰਦੇ ਹਾਂ ਕਿਸ ਤਰ੍ਹਾਂ ਸੋਲਵ ਕਰਨਾ ਹੈ। ਸੋ ਇਸ ਤੋਂ ਇਲਾਵਾ ਜੋ ਹੋਰ ਤੁਸੀਂ ਕਿਸ ਚੀਜ਼ ਦਾ ਧਿਆਨ ਰੱਖਣਾ ਹੈ, ਜੇ ਇੱਦਾਂ ਲਿਖਿਆ ਹੈ, ਕੋਈ ਇਸ ਤਰ੍ਹਾਂ ਸਟੇਟਮੈਂਟ ਲਿਖੀ ਹੋਈ ਹੈ, M is third to the left of A, so third left of A, ਉਸ ਤੋਂ ਬਾਅਦ ਲਿਖਿਆ ਹੈ who is second to the left of T, who is second left of T। ਉਸ ਕੇਸ ਜਿਹੜਾ ਪਰਸਨ who ਹੈ, ਇਹ ਐਕਚੁਅਲੀ who ਕੌਣ ਹੈ, ਇਹ ਜਿਹੜਾ ਪਰਸਨ ਹੈ who, ਉਹ ਐਕਚੁਅਲੀ A ਹੈ। ਸੋ ਆਪਾਂ ਇਹਨੂੰ ਇੱਦਾਂ ਪੜਾਂਗੇ, M is third to the left of A। ਜਿਹੜਾ M ਹੈ ਉਹ ਥਰਡ ਲੈਫਟ 'ਤੇ ਹੈ A ਦੇ, ਅਤੇ who ਕਿਉਂਕਿ A ਹੈ, ਸੋ ਆਪਾਂ ਕਹਾਂਗੇ A is second left of T। ਇੱਕ ਤਾਂ ਇਹ ਚੀਜ਼ ਇੰਪੋਰਟੈਂਟ ਹੈ। ਸੋ who ਕਿਹੜਾ ਹੋਏਗਾ, ਜਿਹੜਾ ਨਾਲ ਇੱਧਰ ਪਰਸਨ ਲਿਖਿਆ ਹੋਇਆ। ਬਟ ਇਨ ਕੇਸ ਜੇ ਇੱਥੇ ਐਂਡ ਲਿਖਿਆ ਹੈ, ਠੀਕ ਹੈ, ਜੇ ਕੀ ਲਿਖਿਆ ਐਂਡ, ਸੋ ਇਸ ਕੇਸ ਦੇ ਵਿੱਚ ਫਿਰ ਇਹ ਐਂਡ A ਨਹੀਂ ਹੈ, ਇਸ ਕੇਸ ਦੇ ਵਿੱਚ ਇਹ M ਹੈ। So M is third left of A and is second left of 2 ਜਾਂ and second left of T। ਸੋ ਇਸ ਕੇਸ ਦੇ ਵਿੱਚ ਆਪਾਂ ਇੱਥੇ ਜੋ ਪਰਸਨ ਨੂੰ ਅਰੇਂਜ ਕਰਾਂਗੇ, M is third to the left of A, ਅਤੇ ਦੂਸਰਾ ਐਂਡ, ਇੱਥੇ ਦੁਬਾਰਾ ਜਿਹੜਾ ਸਬਜੈਕਟ ਹੋਏਗਾ M is second left of T। ਆਈ ਹੋਪ ਤੁਹਾਨੂੰ ਇਹ ਚੀਜ਼ ਕਲੀਅਰ ਹੋ ਰਹੀ ਹੈ। ਐਂਡ ਦੇ ਕੇਸ ਦੇ ਵਿੱਚ ਦੁਬਾਰਾ ਕਿਹਦੇ ਬਾਰੇ ਗੱਲ ਹੋ ਰਹੀ ਹੈ, M ਦੇ ਬਾਰੇ, ਕਿਉਂਕਿ ਕੰਪਾਊਂਡ ਸੈਂਟੈਂਸ ਹੈ, ਦੋ ਸੈਂਟੈਂਸਿਸ ਨੂੰ ਜੋੜ ਕੇ ਇੱਕ ਸੈਂਟੈਂਸ ਬਣਾਇਆ ਗਿਆ ਹੈ। ਸੋ ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਰਿਹਾ ਹੈ। ਸੋ ਹੁਣ ਜੇ ਆਪਾਂ ਕਿਸੇ ਕੁਐਸਚਨ ਨੂੰ ਸੋਲਵ ਕਰਨਾ ਹੈ, ਚੈੱਕ ਕਰਦੇ ਹਾਂ। ਸੋ 8 ਪਰਸਨਸ ਹੈ, A M D P R T B H are seated around a circle facing the center। ਸੋ ਸਟੇਟਮੈਂਟ ਸਟਾਰਟ ਹੁੰਦੀ ਹੈ, M is third to the left of A, who is second to the left to T ਜਾਂ left of T। ਸੋ ਇੱਥੇ M T ਅਤੇ A ਬਾਰੇ ਗੱਲ ਕੀਤੀ ਗਈ ਹੈ, ਕਿਉਂਕਿ ਇੱਥੇ who ਲਿਖਿਆ ਸੀ, ਦੈਟ ਮੀਨਸ ਆਪਾਂ ਨੂੰ ਪਤਾ ਹੈ ਇੱਥੇ ਕੌਣ ਹੈ, A ਹੈ। ਸੋ ਇਹਨਾਂ ਤਿੰਨਾਂ ਵਿੱਚੋਂ ਆਪਾਂ ਜਿਹੜਾ ਲਾਸਟ ਪਰਸਨ ਹੈ ਉਹਨੂੰ ਹਮੇਸ਼ਾ ਬੇਸ ਲਵਾਂਗੇ। M A ਅਤੇ T ਦੇ ਵਿੱਚ ਲਾਸਟ ਪਰਸਨ ਕੌਣ ਹੈ, T, ਅਤੇ ਹੁਣ ਇਹਨੂੰ ਬੇਸ ਲਵਾਂਗੇ। ਦੈਟ ਮੀਨਸ ਆਪਾਂ T ਨੂੰ ਪਹਿਲਾਂ ਕਿਤੇ ਵੀ ਅਰੇਂਜ ਕਰ ਸਕਦੇ ਹਾਂ। ਹੁਣ ਤੁਸੀਂ T ਨੂੰ ਇੱਥੇ ਅਰੇਂਜ ਕਰੋ, ਇੱਥੇ ਅਰੇਂਜ ਕਰੋ, ਇੱਥੇ ਅਰੇਂਜ ਕਰੋ, ਕਿਤੇ ਵੀ ਅਰੇਂਜ ਕਰੋ। ਸੋ ਆਪਾਂ ਜਨਰਲੀ ਸਟਾਰਟਿੰਗ ਇੱਥੋਂ ਸਟਾਰਟ ਕਰ ਦਾਂਗੇ। ਸੋ ਆਪਾਂ T ਨੂੰ ਇੱਥੇ ਰੱਖ ਸਕਦੇ ਹਾਂ। ਜ਼ਰੂਰੀ ਨਹੀਂ ਹੈ ਤੁਸੀਂ T ਨੂੰ ਇੱਥੇ ਰੱਖੋਗੇ, ਇਹਦੇ ਅਕੋਰਡਿੰਗਲੀ ਸੀਕੁਐਂਸ ਬਣ ਜਾਏਗੀ, ਠੀਕ ਹੈ, ਕਿਉਂਕਿ ਸਰਕਲ ਦੇ ਵਿੱਚ ਹੈ, ਕਿਸੇ ਦੀ ਸਟਾਰਟਿੰਗ ਐਂਡਿੰਗ ਨਹੀਂ ਹੈ। ਚਲੋ T ਨੂੰ ਆਪਾਂ ਇਸ 'ਤੇ ਰੱਖਿਆ। ਦੈਨ ਆਪਾਂ ਹੁਣ ਲੈਫਟ ਦੇ ਵਿੱਚ ਜਾਣਾ ਹੈ, ਸੈਕਿੰਡ। ਸੋ ਸੈਕਿੰਡ ਲੈਫਟ, ਸੋ ਲੈਫਟ ਇੱਧਰ ਕਲੌਕਵਾਈਜ਼ ਡਾਇਰੈਕਸ਼ਨ 'ਚ ਹੋਏਗਾ, ਆ ਫਸਟ ਲੈਫਟ ਹੋ ਜਾਏਗਾ, ਆ ਸੈਕਿੰਡ ਲੈਫਟ ਹੋ ਜਾਏਗਾ, ਅਤੇ ਉੱਥੇ ਆਪਾਂ ਅਰੇਂਜ ਕਰਾਂਗੇ A ਨੂੰ। ਸੋ
ਇਸ ਕੇਸ ਦੇ ਵਿੱਚ ਹੁਣ ਆਪਾਂ ਕਲੌਕਵਾਈਜ਼ ਡਾਇਰੈਕਸ਼ਨ ਦੇ ਵਿੱਚ ਟੀ ਦੇ ਫਸਟ ਲੈਫਟ ਸੈਕਿੰਡ ਲੈਫਟ ਇੱਥੇ ਆਪਾਂ ਅਰੇਂਜ ਕਰਾਂਗੇ ਏ ਨੂੰ। ਦੈਨ ਹੁਣ ਏ ਦੀ ਅਰੇਂਜਮੈਂਟ ਤੋਂ ਬਾਅਦ ਐਮ ਇਜ਼ ਥਰਡ ਟੂ ਦ ਲੈਫਟ ਆਫ ਏ, ਸੋ ਲੈਫਟ ਦੇ ਵਿੱਚ ਥਰਡ ਜਾਵਾਂਗੇ ਐਮ ਆ ਜਾਏਗਾ। ਸੋ ਏ ਦੇ ਲੈਫਟ ਅਗੇਨ ਕਲੌਕਵਾਈਜ਼ 1 2 3 ਇੱਥੇ ਐਮ ਆ ਜਾਏਗਾ। ਸੋ ਆ ਫਸਟ ਸਟੇਟਮੈਂਟ 'ਚ ਤਿੰਨ ਪਰਸਨਸ ਦੀ ਅਰੇਂਜਮੈਂਟ ਹੋ ਗਈ। D is second to the right of H। ਹੁਣ ਜੇ ਆਪਾਂ ਅੱਗੇ ਪੜ੍ਹਿਆ D is second to the right of H, ਸਾਡੇ ਕੋਲ D H ਕੋਈ ਅਵੇਲੇਬਲ ਨਹੀਂ ਹੈ। ਬਟ ਨੈਕਸਟ ਲਿਖਿਆ who ਸਾਨੂੰ ਪਤਾ ਲੱਗ ਗਿਆ ਕੌਣ ਹੈ, H is second to the right of T ਹੁਣ ਸਾਡੇ ਕੋਲ ਹੈਗਾ। ਸੋ ਆਪਾਂ ਹੁਣ T ਨੂੰ ਬੇਸ ਲੈ ਕੇ ਉਹਦੇ ਰਾਈਟ ਦੇ ਵਿੱਚ ਸੈਕਿੰਡ H ਰੱਖਾਂਗੇ। ਰਾਈਟ ਮਤਲਬ ਐਂਟੀ ਕਲੌਕਵਾਈਜ਼, ਸੋ ਐਂਟੀ ਕਲੌਕਵਾਈਜ਼ ਇੱਧਰ ਨੂੰ ਹੋਏਗਾ, ਠੀਕ ਹੈ। ਸੋ 1 2, ਸੋ ਇੱਥੇ ਕੌਣ ਆ ਜਾਏਗਾ, H, ਤੇ ਹੁਣ H ਦੇ ਰਾਈਟ ਦੇ ਵਿੱਚ ਸੈਕਿੰਡ ਆ ਜਾਏਗਾ D, ਸੋ ਇਹਦਾ ਐਂਟੀ ਕਲੌਕਵਾਈਜ਼ 1 2 ਇੱਥੇ ਆ ਜਾਏਗਾ D। ਧਿਆਨ ਰੱਖਣਾ ਆਪਾਂ ਲੈਫਟ ਨਹੀਂ ਜਾਣਾ, ਰਾਈਟ ਜਾਣਾ ਐਂਟੀ ਕਲੌਕਵਾਈਜ਼। D ਆ ਗਿਆ। R is second to the right of B। R ਜੋ ਹੈ ਉਹ B ਦੇ ਸੈਕਿੰਡ ਰਾਈਟ ਤੇ ਹੈ ਐਂਟੀ ਕਲੌਕਵਾਈਜ਼, ਠੀਕ ਹੈ, ਇੱਕ ਛੱਡ ਕੇ। ਬਟ R ਤੇ B ਦੇ ਲਈ ਸਾਨੂੰ ਆਪਾਂ ਕੋਈ ਇੱਥੇ ਆਪਸ਼ਨ ਹੈ ਨਹੀਂ, ਇੱਥੇ ਲਿਖਿਆ who is not an immediate neighbor of T। who ਇੱਥੇ ਕੌਣ ਹੋਏਗਾ, B, ਠੀਕ ਹੈ, B is not an immediate neighbor of T, ਸੋ B ਇੱਥੇ ਵੀ ਨਹੀਂ ਹੈ ਤੇ ਇੱਥੇ ਵੀ ਨਹੀਂ ਹੈ। ਸੋ B ਦੇ ਲਈ ਜੇ ਆਪਾਂ ਕੋਈ ਆਪਸ਼ਨ ਹੋਣ ਤਾਂ ਆਪਾਂ B ਨੂੰ ਇੱਥੇ ਅਰੇਂਜ ਕਰ ਸਕਦੇ ਹਾਂ। ਜੇ ਆਪਾਂ B ਨੂੰ ਇੱਥੇ ਅਰੇਂਜ ਕਰ ਲਈਏ ਹੁਣ ਸਾਨੂੰ ਕਲੀਅਰ ਹੋ ਜਾਏਗਾ, B ਦੇ ਰਾਈਟ ਸੈਕਿੰਡ ਤੇ R ਆ ਜਾਏਗਾ। ਸੋ B ਦਾ ਰਾਈਟ ਸੈਕਿੰਡ R ਇੱਥੇ ਆ ਜਾਂਦਾ ਹੈ। ਸੋ ਇਹ ਵੀ ਕਨਫਰਮ ਹੋ ਗਿਆ। ਸੋ ਹੁਣ ਇੱਕ ਪਰਸਨ ਰਹਿ ਜਾਏਗਾ, ਉਹ ਹੋਏਗਾ ABDP। ਸੋ P ਪਰਸਨ ਹਲੇ ਇੱਥੇ ਆਪਾਂ ਅਰੇਂਜ ਨਹੀਂ ਕੀਤਾ, ਸੋ P ਨੂੰ ਆਪਾਂ ਇੱਥੇ ਅਰੇਂਜ ਕਰ ਦਾਂਗੇ। ਸੋ ਇਹ ਸਾਡੀ ਸਟੇਟਮੈਂਟ ਹੈ ਜਿਹੜੀ ਸਰਕਲ ਦੇ ਵਿੱਚ ਅਰੇਂਜਮੈਂਟ ਦੀ, ਸਿਟਿੰਗ ਅਰੇਂਜਮੈਂਟ ਦੀ, ਉਸ ਕੰਪਲੀਟ ਹੋ ਜਾਂਦੀ ਹੈ। ਹੁਣ ਆਪਾਂ ਇਹਦੇ ਕੁਐਸਚਨਸ ਚੈੱਕ ਕਰ ਸਕਦੇ ਹਾਂ। ਸੋ ਫਸਟ ਕੁਐਸਚਨ ਹੈ, ਵਿਚ ਆਰ ਦ ਫੋਲੋਇੰਗ ਕੰਬੀਨੇਸ਼ਨ ਰਿਪਰੈਜ਼ੈਂਟਸ ਦ ਫਸਟ ਐਂਡ ਸੈਕਿੰਡ ਟੂ ਦ ਲੈਫਟ ਆਫ ਬੀ ਰਿਸਪੈਕਟਿਵਲੀ। ਔਰ ਰਿਸਪੈਕਟਿਵਲੀ ਨੂੰ ਧਿਆਨ 'ਚ ਰੱਖਣਾ ਹੈ। ਸੋ ਫਸਟ ਤੇ ਸੈਕਿੰਡ ਲੈਫਟ ਆਫ ਬੀ ਰਿਸਪੈਕਟਿਵਲੀ, ਬੀ ਦੇ ਫਸਟ ਲੈਫਟ 'ਚ ਆ ਜਾਂਦਾ D ਤੇ ਸੈਕਿੰਡ ਲੈਫਟ 'ਚ ਆ ਜਾਂਦਾ M। ਸੋ ਪਹਿਲਾਂ ਆਪਾਂ ਲਿਖਾਂਗੇ D, ਫਿਰ ਲਿਖਾਂਗੇ ਆਪਾਂ M। ਸੋ ਆਂਸਰ ਇਜ਼ 5th। ਸੋ ਆਪਾਂ ਇੱਥੇ 5th ਆਂਸਰ ਕਿਉਂ ਟਿਕ ਕਰ ਰਹੇ ਹਾਂ, ਕਿਉਂਕਿ ਆਪਾਂ MD ਆਂਸਰ ਯੂਜ਼ ਨਹੀਂ ਕਰ ਪਾਵਾਂਗੇ, ਠੀਕ ਹੈ। ਕਿਉਂਕਿ ਜੇ ਆਪਾਂ MD ਆਂਸਰ ਦੇ ਦਈਏ ਤਾਂ ਫਿਰ ਆਪਾਂ ਫਸਟ ਸੈਕਿੰਡ ਲੈਫਟ ਤੇ ਦੱਸ ਰਹੇ ਹਾਂ ਤੇ ਉਸ ਤੋਂ ਬਾਅਦ ਫਸਟ ਲੈਫਟ ਤੇ ਦੱਸ ਰਹੇ ਹਾਂ। ਬਟ ਉਹਨਾਂ ਨੇ ਰਿਸਪੈਕਟਿਵਲੀ ਕਿਹਾ ਹੋਇਆ, ਇਸ ਕਰਕੇ ਆਪਾਂ ਇਸ ਚੀਜ਼ ਨੂੰ ਧਿਆਨ ਰੱਖਾਂਗੇ ਕਿ ਪਹਿਲਾਂ ਫਸਟ ਪਰਸਨ ਦੱਸਣਾ ਹੈ, ਉਹ ਹੈ D, ਫਿਰ ਸੈਕਿੰਡ ਪਰਸਨ ਦੱਸਣਾ ਹੈ, ਉਹ ਹੈ M। ਸੋ ਆਂਸਰ ਇਜ਼ DM। Who is third to the right of T? T ਦੇ ਥਰਡ ਰਾਈਟ ਤੇ ਕੌਣ ਹੈ? ਸੋ ਰਾਈਟ ਜੋ ਹੁੰਦਾ ਹੈ ਉਹ ਐਂਟੀ ਕਲੌਕਵਾਈਜ਼ ਹੈ ਤੇ T ਦਾ ਐਂਟੀ ਕਲੌਕਵਾਈਜ਼ 1 2 3, ਆਂਸਰ ਆ ਜਾਂਦਾ ਹੈ M। ਸੋ ਆਂਸਰ ਆ ਜਾਏਗਾ 4th। ਨੈਕਸਟ ਕੁਐਸਚਨ ਹੈ, who is to the immediate left of H? H ਦੇ immediate left ਤੇ ਕੌਣ ਹੈ? ਸੋ H ਦੇ immediate left ਤੇ P ਹੈ। ਡੈਫੀਨੇਟਲੀ ਆਂਸਰ ਕੀ ਆ ਜਾਂਦਾ ਹੈ, ਫਸਟ। In which of the following combinations the third person is second to the left of the second person? So third person is second to the left of the second person. So in which of the following combinations, ਸਾਡੇ ਕੋਲ ਕਿੰਨੇ combination ਦਿੱਤੇ ਹੋਏ ਹੈ 5, but ਇਹ ਤਾਂ none of these ਹੈ। ਸੋ ਇਹ 4 combinations ਦੇ ਵਿੱਚ the third person, ਇਹ 'ਚੋਂ third person ਹੋਏਗਾ R, is second to the left of second person। so second person ਹੋਏਗਾ A। so second person ਹੈ A, ਉਹਦੇ left second 'ਚ third person R। so A ਦੇ second left anti clockwise D ਆਉਂਦਾ ਹੈ, but ਇੱਥੇ R ਨਹੀਂ ਆਏਗਾ। so ਇੱਥੇ third person ਕੌਣ ਹੈ, M। third person is second to the left of second person ਕੌਣ ਹੈ, B। so B ਦੇ second left ਤੇ third person M ਹੋਣਾ ਚਾਹੀਦਾ ਹੈ। B ਦੇ second left ਤੇ third person M ਹੈਗਾ। so definitely ਇੱਥੇ ਆਂਸਰ ਕੀ ਆ ਜਾਂਦਾ ਹੈ, 2। I hope ਤੁਹਾਨੂੰ ਇਹ ਕੁਐਸਚਨ ਕਲੀਅਰ ਹੋ ਰਿਹਾ ਹੈ। ਆਪਾਂ ਇੱਕ ਕੁਐਸਚਨ ਮਿਸ ਕਰਤਾ ਮੇਰੇ ਖਿਆਲ ਨਾਲ। who is second to the left of B? who is second to the left of B? M। ਇੱਥੇ ਆਂਸਰ ਸੀਗਾ 3rd, ਠੀਕ ਹੈ। ਸੋ ਇੱਥੇ ਆਂਸਰ ਆਏਗਾ 3rd, ਦੈਨ ਆਏਗਾ 2। ਇਹਦਾ ਆਂਸਰ ਸੀ who is immediate left of H, H ਦੇ immediate left P, P first, ਠੀਕ ਹੈ। ਸੋ ਇੱਥੇ ਆਂਸਰ ਆ ਗਿਆ 3rd, ਇਹ 4th ਦਾ ਆਂਸਰ ਹੈ, 5th ਦਾ ਆਂਸਰ ਹੈ। ਸੋ ਆਂਸਰ ਹੈ 5 4 1 3 2। ਸੋ ਇਹ 5 ਕੁਐਸਚਨ ਸੇ ਸਾਡੇ ਆਂਸਰਸ ਹੈ। ਆਈ ਹੋਪ ਤੁਹਾਨੂੰ ਇਹ ਕੁਐਸਚਨ ਕਲੀਅਰ ਹੋ ਗਿਆ। ਆਈ ਸੁਜੈਸਟ ਤੁਸੀਂ ਇਹਨੂੰ ਇੱਕ ਵਾਰ ਫਿਰ ਦੁਬਾਰਾ ਟਰਾਈ ਕਰੋ। ਕੁਐਸਚਨ ਨੰਬਰ 2, ਸੋ ਇਹਦੇ ਵਿੱਚ A B C D E F G H and K, ਸੋ ਟੋਟਲ 1 2 3 4 5 6 7 8 9 ਪਰਸਨਸ ਹੈ ਆਰ ਸਿਟਿੰਗ ਅਰਾਊਂਡ ਅ ਸਰਕਲ ਫੇਸਿੰਗ ਦਾ ਸੈਂਟਰ। ਸੋ ਜਦੋਂ ਆਪਾਂ 9 ਪਰਸਨਸ ਨੂੰ ਅਰੇਂਜ ਕਰਨਾ ਹੈ, ਆਪਾਂ ਇੱਦਾਂ ਬਣਾ ਸਕਦੇ ਹਾਂ 2 4 6 7 8 ਤੇ 9। ਸੋ ਐਕਚੁਅਲੀ ਆਪਾਂ ਇੱਕ
ਐਕਸਟਰਾ ਸੀਟ ਇਸ ਕਰਕੇ ਕ੍ਰੀਏਟ ਕੀਤੀ ਹੈ ਤਾਂ ਕਿ ਆਪਾਂ 9 ਪਰਸਨਸ ਨੂੰ ਅਰੇਂਜ ਕਰੀਏ। ਸੋ ਆਪਾਂ ਇਹ ਜਦੋਂ ਇਹਨਾਂ ਦੀਆਂ ਪਲੇਸਮੈਂਟਸ ਕਰਨੀਆਂ ਆਪਾਂ ਇੱਕ ਐਕਸਟਰਾ ਪਰਸਨ ਦੇ ਲਈ ਸੀਟ ਪਹਿਲਾਂ ਹੀ ਬਣਾਵਾਂਗੇ। ਆਪਾਂ ਕੁਐਸਚਨ ਨੂੰ ਸੋਲਵ ਕਰਦੇ ਹੋਏ ਹਾਫ ਕੁਐਸਚਨ ਸੋਲਵ ਕਰਕੇ ਦੁਬਾਰਾ ਐਕਸਟਰਾ ਸੀਟ ਨਹੀਂ ਬਣਾ ਸਕਦੇ। ਸੋ 9 ਪਰਸਨਸ ਹੋ ਗਏ ਅਰਾਊਂਡ ਅ ਸਰਕਲ ਫੇਸਿੰਗ ਦ ਸੈਂਟਰ, ਸਾਰਿਆਂ ਦਾ ਫੇਸ ਸੈਂਟਰ ਹੈ। B ਇਜ਼ 4th ਟੂ ਦ ਲੈਫਟ ਆਫ G who is second to the right of C। ਸੋ ਇੱਥੇ ਆਪਾਂ C ਨੂੰ ਬੇਸ ਲਵਾਂਗੇ। ਤੁਸੀਂ ਕਿਤੇ ਵੀ ਬੇਸ ਲੈ ਸਕਦੇ ਹੋ C ਨੂੰ। ਸੋ ਮੈਂ ਜਨਰਲੀ ਇੱਥੋਂ ਸਟਾਰਟ ਕਰ ਰਿਹਾ। ਹੁਣ ਰਾਈਟ ਦੇ ਵਿੱਚ ਸੈਕਿੰਡ ਤੇ ਜਾਣਾ ਹੈ। ਰਾਈਟ ਹੁੰਦਾ ਐਂਟੀ ਕਲੌਕਵਾਈਜ਼, ਇੱਥੇ ਸੈਕਿੰਡ ਤੇ ਆਪਾਂ G ਨੂੰ ਅਰੇਂਜ ਕਰਾਂਗੇ ਕਿਉਂਕਿ ਹੂ G ਹੋਏਗਾ। ਤੇ G ਦੇ ਲੈਫਟ ਵਿੱਚ 4th ਜਾਵਾਂਗੇ B। G ਦੇ ਲੈਫਟ ਕਲੌਕਵਾਈਜ਼ 1 2 3 4th ਇੱਥੇ ਆ ਜਾਏਗਾ B। ਯਾਦ ਰੱਖਣਾ ਤੁਹਾਡੀ ਗਲਤੀ ਲੈਫਟ ਜਾਂ ਰਾਈਟ ਦੀ ਹੋਏਗੀ। ਤੁਸੀਂ ਲੈਣਾ ਹੋਏਗਾ ਲੈਫਟ, ਤੁਸੀਂ ਰਾਈਟ ਲੈ ਲਓਗੇ, ਜਾਂ ਲੈਣਾ ਹੋਏਗਾ ਰਾਈਟ, ਤੁਸੀਂ ਲੈਫਟ ਲੈ ਲਓਗੇ ਤਾਂ ਕੁਐਸਚਨ ਗਲਤ ਹੋ ਜਾਏਗਾ। F is 4th to the right of C। C ਸਾਡੇ ਕੋਲ ਆਲਰੇਡੀ ਹੈ। ਰਾਈਟ ਦੇ ਵਿੱਚ 4th F, C ਦਾ 1 2 3 4th F ਆ ਜਾਏਗਾ ਐਂਟੀ ਕਲੌਕਵਾਈਜ਼ ਰਾਈਟ। ਐਂਡ ਦਾ ਮਤਲਬ ਕੀ ਹੈ ਇੱਥੇ F is second to the left of K। K ਦੇ ਸੈਕਿੰਡ ਲੈਫਟ ਤੇ F ਆਉਣਾ ਚਾਹੀਦਾ। ਸੋ K ਐਕਚੁਅਲੀ ਸਾਨੂੰ ਇੱਥੇ ਲੈਣਾ ਪਏਗਾ ਤਾਂ ਕਿ ਉਹਦੇ ਫਸਟ ਸੈਕਿੰਡ ਲੈਫਟ ਤੇ F ਆ ਜਾਏ। ਠੀਕ ਹੈ। ਸੋ ਇੱਥੇ ਐਂਡ ਦਾ ਮਤਲਬ ਹੈ F। ਸੋ F is second to the left of K। ਸੋ K ਦੇ ਸੈਕਿੰਡ ਲੈਫਟ ਤੇ F ਇੱਥੇ ਅਰੇਂਜ ਹੋ ਜਾਏਗਾ। A is 4th to the right of K। A ਜੋ ਹੈ ਉਹ 4th ਰਾਈਟ ਤੇ ਹੈ K ਦੇ। ਸੋ A is 4th to the right of K ਦੇ ਐਂਟੀ ਕਲੌਕਵਾਈਜ਼ 1 2 3 4th ਇੱਥੇ A ਅਰੇਂਜ ਹੋ ਜਾਏਗਾ। D is not an immediate neighbor of either K or B। ਸੋ ਜਿਹੜਾ D ਹੈ ਉਹ K ਦਾ ਵੀ ਇਮੀਡੀਏਟ ਨੇਬਰ ਨਹੀਂ ਹੈ, B ਦਾ ਵੀ ਇਮੀਡੀਏਟ ਨੇਬਰ ਨਹੀਂ ਹੈ। ਸੌਰੀ B ਦਾ ਇਮੀਡੀਏਟ ਨੇਬਰ ਨਹੀਂ ਹੈ। ਸੋ ਆਹ ਦੋ ਆਪਸ਼ਨਸ ਕੈਂਸਲ ਹੋ ਜਾਂਦੇ ਆ। ਸੋ D ਦੇ ਲਈ ਕੋਈ ਆਪਸ਼ਨ ਬਚਦੀ ਹੈ ਵਾਲੀ। ਠੀਕ ਹੈ। H is 3rd to the right of E। ਸੋ H ਜੋ ਹੈ ਉਹ E ਦੇ 3rd ਰਾਈਟ ਤੇ ਹੈ। ਸੋ E ਨੂੰ ਬੇਸ ਲਵਾਂਗੇ ਆਪਾਂ। E ਦੇ ਲਈ ਦੋ ਆਪਸ਼ਨਸ ਹੈ, ਜਾਂ ਤਾਂ ਆਪਾਂ E ਨੂੰ K ਦੇ ਨੀਚੇ ਅਰੇਂਜ ਕਰ ਸਕਦੇ ਹਾਂ ਜਾਂ ਇੱਥੇ ਅਰੇਂਜ ਕਰ ਸਕਦੇ ਹਾਂ। ਇਹਨਾਂ ਦੋਨਾਂ ਚੋਂ ਕਿੱਥੇ ਅਰੇਂਜ ਕਰਾਂਗੇ? ਰਾਈਟ 3rd ਤੇ H। ਸੋ ਜੇ ਆਪਾਂ E ਨੂੰ ਇੱਥੇ ਲਈਏ ਉਹਦੇ ਫਸਟ ਸੈਕਿੰਡ 3rd ਰਾਈਟ ਐਂਟੀ ਕਲੌਕਵਾਈਜ਼ H ਨਹੀਂ ਆਏਗਾ। E ਨੂੰ ਇੱਥੇ ਲਈਏ ਫਸਟ ਸੈਕਿੰਡ 3rd ਇੱਥੇ H ਆ ਜਾਏਗਾ ਕਿਉਂਕਿ ਇੱਥੇ ਸਪੇਸ ਖਾਲੀ ਹੈ ਬਿਲਕੁਲ। ਸੋ ਆਪਾਂ E ਨੂੰ ਇੱਥੇ ਅਰੇਂਜ ਕਰਾਂਗੇ ਤੇ ਇੱਥੇ ਆਪਾਂ H ਅਰੇਂਜ ਕਰ ਲਾਂਗੇ ਬਿਲਕੁਲ। ਸੋ ਇੱਥੇ ਸੀਕੁਐਂਸ ਸਾਡੀ ਕੰਪਲੀਟ ਹੋ ਜਾਏਗੀ। ਆਈ ਹੋਪ ਤੁਹਾਨੂੰ ਇਹ ਕੁਐਸਚਨ ਕਲੀਅਰ ਹੋਇਆ ਹੈ। ਆਈ ਸੁਜੈਸਟ ਤੁਸੀਂ ਇਹਨੂੰ ਇੱਕ ਵਾਰ ਫਿਰ ਦੇਖੋ ਜੇ ਤੁਹਾਨੂੰ ਇਹ 'ਚ ਕੋਈ ਕਨਫਿਊਜ਼ਨ ਹੈ। ਕੁਐਸਚਨ ਕਰਦੇ ਹਾਂ, ਹੂ ਇਜ਼ ਸੈਕਿੰਡ ਟੂ ਦ ਰਾਈਟ ਆਫ K ਦੇ ਸੈਕਿੰਡ ਰਾਈਟ ਤੇ ਐਂਟੀ ਕਲੌਕਵਾਈਜ਼ 1 2 H ਆਂਸਰ ਆ ਜਾਂਦਾ ਹੈ। ਸੋ ਆਂਸਰ ਆਏਗਾ 2। ਹੂ ਇਜ਼ 3rd ਟੂ ਦ ਰਾਈਟ ਆਫ H ਦੇ 3rd ਰਾਈਟ ਤੇ right 3rd H 1 2 3 आंसर इज G। 3rd आंसर आ जाएगा। नेक्स्ट क्वेश्चन है हु इज 4th टू द लेफ्ट ऑफ E दे 4th लेफ्ट ते। सो E दे 4th लेफ्ट 1 2 3 4 A क्योंकि आप क्लॉकवाइज जाना है। E दे 1 2 3 4 A आंसर आ जाएगा। आंसर इज फर्स्ट। हु इज 4th टू द राइट ऑफ D दे राइट 4th D एंटी क्लॉकवाइज 1 2 3 4 आंसर आ जाएगा B 4th। लास्ट क्वेश्चन है इन विच ऑफ द फॉलोइंग कॉम्बिनेशन इज द थर्ड पर्सन सिटिंग इन बिटवीन द फर्स्ट एंड द सेकेंड पर्सन। सो थर्ड पर्सन इन कॉम्बिनेशन कौन होएगा? B B C D। सो थर्ड पर्सन सिटिंग इन बिटवीन फर्स्ट एंड सेकेंड पर्सन। सो फर्स्ट ਤੇ ਸੈਕਿੰਡ ਪਰਸਨ ਦੇ ਵਿੱਚ ਇੱਥੇ ਹੋਏਗਾ, ਇਹ ਇਹਨਾਂ ਦੇ ਵਿੱਚ ਹੋਏਗਾ, ਇਹ ਇਹਨਾਂ ਦੇ ਵਿੱਚ ਹੋਏਗਾ, ਇਹ ਇਹਨਾਂ ਦੇ ਵਿੱਚ ਹੋਏਗਾ। ਸੋ ਚੈੱਕ ਕਰਨਾ ਇਹਨਾਂ ਚੋਂ ਕਿਹੜਾ ਸਹੀ ਹੈ। ਆਪਾਂ ਜਨਰਲੀ ਇਦਾਂ ਦੇ ਕੁਐਸਚਨ ਨੂੰ ਲਾਸਟ ਤੋਂ ਸਟਾਰਟ ਕਰਦੇ ਹਾਂ ਕਿਉਂਕਿ ਆਪਾਂ ਜੋ ਸਟਾਰਟਿੰਗ ਤੋਂ ਸ਼ੁਰੂ ਕਰਦੇ ਹਾਂ ਮੋਸਟਲੀ ਸਾਡਾ ਆਂਸਰ ਲਾਸਟ 'ਚ ਹੁੰਦਾ ਜਿਹੜੇ ਲੈਂਥੀ ਕੁਐਸਚਨ ਹੈ। ਸੋ D ਇਜ਼ ਬਿਟਵੀਨ F ਐਂਡ G। D ਇਜ਼ ਬਿਟਵੀਨ F ਐਂਡ G ਬਿਲਕੁਲ ਐਕਚੁਅਲੀ 4th ਆਂਸਰ ਸਾਡਾ ਸਹੀ ਹੈ ਕਿਉਂਕਿ ਦੇਖੋ C A ਤੇ G ਦੇ ਵਿੱਚ ਆਉਂਦਾ ਹੈ, A ਤੇ G ਦੇ ਵਿੱਚ ਕੋਈ ਨਹੀਂ ਹੈ। B C ਤੇ H ਦੇ ਵਿੱਚ, C ਤੇ H ਦੇ ਵਿੱਚ ਕੋਈ ਨਹੀਂ ਹੈ। E ਤੇ K ਦੇ ਵਿੱਚ ਵੀ ਕੋਈ ਨਹੀਂ ਹੈ। ਸੋ ਬੇਸਿਕਲੀ D ਜਿਹੜਾ ਹੈ ਉਹ F ਤੇ G ਦੇ ਵਿੱਚ ਆ ਜਾਂਦਾ ਹੈ। ਇਸ ਕਰਕੇ ਸਾਡਾ 4th ਆਂਸਰ ਆ ਜਾਏਗਾ। ਆਈ ਹੋਪ ਤੁਹਾਨੂੰ ਇਹ ਕੁਐਸਚਨ ਕਲੀਅਰ ਹੋ ਗਿਆ ਹੈ। ਸੋ ਜੇ ਇਹ 'ਚ ਕੋਈ ਕਨਫਿਊਜ਼ਨ ਹੈ ਦੈਨ ਤੁਸੀਂ ਮੈਨੂੰ ਕੁਐਸਚਨ ਐਂਡ ਆਂਸਰ ਸੈਕਸ਼ਨ 'ਚ ਪੁੱਛ ਸਕਦੇ ਹੋ। ਨੈਕਸਟ ਕੁਐਸਚਨ ਟਰਾਈ ਕਰ ਸਕਦੇ ਹੋ ਤੁਸੀਂ ਆਪਣੇ ਆਪ। ਕੁਐਸਚਨ ਨੰਬਰ 3। So 1 2 3 4 5 6 7 8 and 9 again। So 9 persons are sitting around a circle facing the center। So ਆਪਾਂ 9 persons ਨੂੰ arrange ਕਰਾਂਗੇ 2 4 6 7 8 and 9। V is second to the left of P who is 3rd
to the left of y. सो ਆਪਾਂ y ਨੂੰ ਬੇਸ ਲੈ ਲਾਂਗੇ ਤੇ ਥਰਡ ਲੈਫਟ 1 2 3 ਇੱਥੇ ਆ ਜਾਏਗਾ p left second v, so v first second left v. Next है s is fourth to the left of p the left fourth left clockwise 1 2 3 4 ਇੱਥੇ ਆ ਜਾਏਗਾ s. t is third to the right of q, who is to the immediate right of v. who ਇੱਥੇ ਕੌਣ ਹੋਏਗਾ q, immediate right of v ਦੇ immediate right anti clockwise ਇੱਥੇ q ਹੋ ਜਾਏਗਾ ਤੇ ਇਹਦੇ ਰਾਈਟ ਥਰਡ ਰਾਈਟ 1 2 3 ਇੱਥੇ ਕੌਣ ਆ ਜਾਏਗਾ t. ਓਕੇ ਆਈ ਹੋਪ ਤੁਹਾਨੂੰ ਇਹ ਸਾਰੀ ਸੀਕੁਐਂਸ ਕਲੀਅਰ ਹੋ ਰਹੀ ਹੈ. w is fourth to the right of z ਦੇ fourth right ਤੇ z ਸਾਡੇ ਕੋਲ ਇੱਥੇ ਵੀ ਆਪਸ਼ਨ ਹੈ, ਇੱਥੇ ਵੀ ਆਪਸ਼ਨ ਹੈ ਤੇ ਇੱਥੇ ਵੀ ਆਪਸ਼ਨ ਹੈ. ਸੋ w is fourth to the right of z. ਜੇ z ਇੱਥੇ ਹੈ ਤਾਂ ਇਹਦਾ fourth right anti clockwise 1 2 3 4 ਇੱਥੇ w ਆ ਸਕਦਾ ਹੈ. ਬਟ ਜੇ z ਆਪਾਂ ਇੱਥੇ ਲਈਏ 1 2 3 4 ਇੱਥੇ w ਨਹੀਂ ਆਏਗਾ, ਸੋ ਇਹ ਗਲਤ ਹੋ ਜਾਂਦਾ ਹੈ. z ਇੱਥੇ ਲਈਏ 1 2 3 4 ਇੱਥੇ w ਨਹੀਂ ਆਏਗਾ, ਸੋ z ਵੀ ਕੈਂਸਲ ਹੋ ਜਾਏਗਾ. ਸੋ ਦਿਸ ਇਜ਼ z ਤੇ ਇਹਦਾ 1 2 3 4 ਇੱਥੇ w ਆ ਜਾਂਦਾ ਹੈ. ਸੋ ਆਈ ਹੋਪ ਤੁਹਾਨੂੰ z ਤੇ w ਦੀ ਕਨਫਰਮੇਸ਼ਨ ਕਲੀਅਰ ਹੋ ਗਈ. सो आपका जो बच गया है पी क्यू आर एस टी पी क्यू आर गिवन नहीं है, सो दिस इज आर. सो ये साड़ी अरेंजमेंट कंप्लीट हो जाती है. सो क्वेश्चंस चेक करते हैं. फर्स्ट क्वेश्चन है इन विच ऑफ द फॉलोइंग कॉम्बिनेशन इज द फर्स्ट पर्सन सिटिंग इन बिटवीन सेकंड एंड द थर्ड पर्सन. फर्स्ट पर्सन सेकंड एंड थर्ड पर्सन विच बैठा है. लास्ट चेक करते हैं पी शुड बी बिटवीन वी एंड क्यू ਦੇ ਵਿੱਚ p नहीं है. फर्स्ट पर्सन z ਤੇ q ਦੇ ਵਿੱਚ ਹੋਣਾ ਚਾਹੀਦਾ ਹੈ, z ਤੇ q ਦੇ ਵਿੱਚ ਫਸਟ ਪਰਸਨ v ਹੈਗਾ ਬਿਲਕੁਲ. ਸੋ v ਇਜ਼ ਬਿਟਵੀਨ z ਐਂਡ q, v ਇਜ਼ ਬਿਟਵੀਨ z ਐਂਡ q. ਸੋ ਆਂਸਰ ਜੋ ਆ ਜਾਂਦਾ ਹੈ ਫਸਟ. ਹੂ ਇਜ਼ ਸੈਕਿੰਡ ਟੂ ਦ ਰਾਈਟ ਆਫ z ਦੇ ਫਸਟ ਸੈਕਿੰਡ ਰਾਈਟ ਤੇ q ਹੈ. ਸੋ ਇਜ਼ ਸੈਕਿੰਡ ਰਾਈਟ ਆਫ z. आंसर इज q. फर्स्ट आंसर अगेन आ जाएगा. नेक्स्ट क्वेश्चन चेक करते हैं. थर्ड है इन विच ऑफ द फॉलोइंग पेयर्स इज द फर्स्ट पर्सन सिटिंग टू द इमीडिएट राइट ऑफ द सेकेंड पर्सन. फर्स्ट पर्सन इमीडिएट राइट ऑफ सेकेंड पर्सन. फर्स्ट पर्सन है जिहड़ा वो q दे इमीडिएट राइट ते q दे इमीडिएट राइट ते v, q दे इमीडिएट लेफ्ट ते v है, v दे इमीडिएट राइट ते z, v दे लेफ्ट ते है, z दे इमीडिएट लेफ्ट नहीं हैगा, s दे इमीडिएट राइट r, s दे इमीडिएट राइट नहीं हैगा, t दे इमीडिएट राइट y, t दे इमीडिएट राइट y. बिल्कुल आंसर है फिफ्थ क्लीयर हो जाता. बाकी सारे दे एक्चुअली क्लॉकवाइज लेफ्ट ते सीगे. वैसे सानू क्वेश्चन जिहड़ा है ये लास्ट तो ही स्टार्ट करना चाहिए सीगा ताकि साडी क्विकली आंसर आ जाता है. हु इज़ थर्ड टू द लेफ्ट ऑफ s. सो s दे थर्ड लेफ्ट ते s दे थर्ड लेफ्ट क्लॉकवाइज 1 2 3. आंसर इज t. सो थर्ड आंसर आ जाएगा. नेक्स्ट क्वेश्चन की है हु इज़ थर्ड टू द राइट ऑफ w. थर्ड टू द राइट ऑफ w दे थर्ड राइट 1 2 3. आंसर इज r. सो आंसर है 2. सो ये थोड़े 5 क्वेश्चन है जिन्हों के आंसर्स कंप्लीट हो चुके हैं. ठीक है. सो फर्स्ट सैकेंड फिफ्थ थर्ड सैकेंड जे तुहानूं इह 'च कोई क्वेश्चन है तुसीं मैनूं पुछ सकदे हो. आई एडवाइज यू टू ट्राई इट अगेन. क्वेश्चन नंबर फोर्थ 1 2 3 4 5 6 7 8 आर सिटिंग अराउंड अ सर्कल फेसिंग द सेंटर. ठीक है. बी इज सैकेंड टू द राइट ऑफ डी, हु इज थर्ड टू द राइट ऑफ एफ. सो आप 8 पर्सनस नूं अरेंज करांगे क्विकली. बी सैकेंड टू द राइट आप एफ नूं बेस लवांगे राइट थर्ड राइट एंटी क्लॉकवाइज 1 2 3. आंसर इज डी. ठीक है. राइट सेकेंड बी सेकेंड राइट 1 2. आंसर इज बी राइट एंटी क्लॉकवाइज. सी इज सेकेंड टू द लेफ्ट ऑफ ए. सी ते नहीं है. हु इज सेकेंड टू द लेफ्ट ऑफ एफ. ठीक है. सो एफ है लेफ्ट सेकेंड लेफ्ट 1 2. ए आ गया. ठीक है. लेफ्ट सेकेंड सी लेफ्ट 1 2. सी आ गया. G is third to the right of E. G is third to the right of E. So G is third to the right of E. E ਨੂੰ ਬੇਸ ਲੈਣਾ ਹੈ. ਸੋ E ਇੱਥੇ ਵੀ ਹੋ ਸਕਦਾ ਹੈ, ਇੱਥੇ ਵੀ ਹੋ ਸਕਦਾ ਹੈ, ਇੱਥੇ ਵੀ ਹੋ ਸਕਦਾ ਹੈ. ਸੋ थर्ड राइट E ਦੇ थर्ड राइट एंटी क्लॉकवाइज 1 2 3. G आ सकता है. E ਦੇ थर्ड राइट 1 2 3. G नहीं आ सकता. E ਦੇ थर्ड राइट 1 2 3. G नहीं आ सकता. सो एक्चुअली ਇਹ ਦੋ ਆਪਸ਼ਨਸ ਜਿਹੜੇ ਕੈਂਸਲ ਹੁੰਦੇ G ਦੇ ਲਈ E ਦੇ ਲਈ ਬਿਕੋਜ਼ E ਦੇ थर्ड राइट ਤੇ G ਇੱਥੇ ਨਹੀਂ ਆਉਂਦਾ, E ਦੇ थर्ड राइट ਤੇ G ਇੱਥੇ ਨਹੀਂ ਆਉਂਦਾ. सो जो ई कन्फर्म होंदा है वो सानू इत्थे कन्फर्म होंदा है तो वो फस्ट सैकेंड थर्ड राइट ते जी आ जाएगा. आई होप तुहानूं लास्ट स्टेटमेंट समझ आ रही है कितना सॉल्व करनी है.
ਤੇ ABCDEFG ਇੱਥੇ H ਕਨਫਰਮ ਹੋ ਜਾਏਗਾ। ਸੋ ਇਹ ਸਾਡੀ ਸਟੇਟਮੈਂਟ ਕੰਪਲੀਟ ਹੋ ਜਾਂਦੀ ਹੈ। ਸੋ ਕੁਐਸਚਨ ਹੈ, in which of the following combination is the first person sitting between second and third, first person between second and third? B and E ਦੇ ਵਿੱਚ A, B and E ਦੇ ਵਿੱਚ A, ਬਿਲਕੁਲ ਆਨਸਰ fourth ਕੰਪਲੀਟ ਹੋ ਜਾਂਦਾ ਹੈ। Who is third to the right of H? H ਦੇ third right 1 2 3, ਆਨਸਰ is C। ਧਿਆਨ ਰੱਖਣਾ ਆਪਾਂ ਸੌਰੀ correct third ਆਨਸਰ ਆ ਰਹੇਗਾ। ਆਪਾਂ ਐਂਟੀ ਕਲॉकवाइज ਜਾਣਾ ਹੈ। Next question है, who is sitting to the immediate right of A? A the immediate right, anti-clockwise E, answer is second. What is position H's position with respect to B? H the position की है B ਦੇ ਸਾਹਮਣੇ, H the position B ਦੇ first second third fourth या फिर first second third fourth, clockwise भी fourth है, anti-clockwise भी fourth है। fourth ਤਾਂ ਇੱਕੋ ਹੀ ਦਿੱਤਾ ਹੋਇਆ, fourth to the left, ਬਿਲਕੁਲ ਆਪਾਂ fourth to the left ਇਹਨੂੰ ਦੇ ਸਕਦੇ ਹਾਂ, answer is 5। ਭਾਵੇਂ fourth to the left ਹੋਵੇ, right ਵੀ ਸਾਡੇ ਕੋਲ ਜੇ option ਹੁੰਦਾ, ਦੋਨੋਂ ਕੋਈ ਵੀ ਇੱਕ ਆਪਸ਼ਨ ਉਹਨਾਂ ਨੇ ਦਿੱਤਾ ਹੋਏਗਾ ਜਿਹਨੂੰ ਆਪਾਂ ਟਿਕ ਕਰ ਦਾਂਗੇ। Who is sitting to the immediate left of G? G ਦੇ immediate left H, clockwise H, ਸੋ ਫਸਟ ਆਨਸਰ ਆ ਜਾਏਗਾ। ਠੀਕ ਹੈ, ਸੋ ਧਿਆਨ ਰੱਖਣਾ ਤੁਹਾਨੂੰ ਇੱਕ ਕੁਐਸਚਨ ਦਾ ਇੱਕੋ ਆਨਸਰ ਦਿੱਤਾ ਹੋਏਗਾ, ਮੋਸਟ ਲਾਈਕਲੀ ਕਰੈਕਟ ਆਨਸਰ, ਸੋ ਉਹੀ ਤੁਸੀਂ ਟਿਕ ਕਰਨਾ ਹੈ। ਸੋ ਆਈ ਹੋਪ ਤੁਸੀਂ ਇਹਨੂੰ ਕੁਐਸਚਨ ਨੂੰ ਸਮਝ ਪਾਏ ਹੋ। ਜੇ ਤੁਸੀਂ ਟਰਾਈ ਕਰਨਾ ਇਹਨੂੰ ਇੱਕ ਵਾਰ ਖੁਦ ਤੋਂ ਟਰਾਈ ਕਰ ਸਕਦੇ ਹੋ। ਕੁਐਸਚਨ ਨੰਬਰ 5, so 1 2 3 4 5 6 7 and 8 are sitting around a circle facing the center. T is second to the right of R, who is third to the right of P? So persons ਨੂੰ arrange ਕਰ ਲੈਣੇ ਆ। ਆਪਾਂ P ਨੂੰ base ਲਿਆ, right third R, third right 1 2 3 R, right second T, right second T, S is second to the left of P, P ਸਾਡੇ ਕੋਲ already ਹੈਗਾ, second left P, left S, एंड लिखे है तो मतलब ऐसी गल हो रही है, फोर्थ टू द राइट ऑफ क्यू, क्यू दे फोर्थ राइट ते, सो क्यू नू अपना इत्थे लेना पेगा क्योंकि 1 2 3 4 एंटी क्लॉकवाइज राइट ते एस ताई आएगा। क्यू नू इत्थे अरेंज करांगे 1 2 3 4 राइट ते एस आ जाएगा। ठीक है, जेड इज थर्ड टू द राइट ऑफ वी, हु इज नॉट एन इमीडिएट नेबर ऑफ पी। सो पी हु कौन है? वी इज नॉट एन इमीडिएट नेबर ऑफ पी, P ਦਾ V ਇੱਥੇ ਵੀ ਨਹੀਂ ਹੈ, V ਇੱਥੇ ਵੀ ਨਹੀਂ ਹੈ, ਸੋ V ਇੱਥੇ ਅਰੇਂਜ ਕਰ ਦਾਂਗੇ ਆਪਾਂ। ਤੇ ਰਾਈਟ ਦੇ ਵਿੱਚ ਥਰਡ Z, ਰਾਈਟ ਐਂਟੀ ਕਲॉकवाइज 1 2 3, ਇੱਥੇ Z ਆ ਜਾਏਗਾ। ਆਈ ਹੋਪ ਤੁਹਾਨੂੰ ਸੀਕੁਐਂਸ ਕਲੀਅਰ ਹੋ ਰਹੀ ਹੈ। ਸੋ ਜੋ ਬਚਿਆ ਹੈ ਉਹ ਹੈ P Q R S T V W Z, ਸੋ ਇੱਥੇ W ਆ ਜਾਏਗਾ। फर्स्ट क्वेश्चन है, in which of the following combination is the first person sitting in between second and third person? First person in between second and third, check कर दें। R and T दे विच V, R and T दे विच V, बिल्कुल आंसर is fifth। Who is second to the right of T? T दे second right ते 1 2 Z, answer is 2। What is P's position with respect to S? P दी position दसनी है आप S, S नू base लो, P किधर है 1 2, एंटी क्लॉकवाइज राइट सेकेंड राइट या 1 2 3 4 5 6 सेकेंड या 6 तो फ्रॉम द लेफ्ट है गया, बिल्कुल 1 2 3 4 5 6 फ्रॉम द लेफ्ट, आंसर इज फोर्थ डेफिनेटली। हु इज टू द इमीडिएट लेफ्ट ऑफ जेड? जेड द इमीडिएट लेफ्ट इज एस, आंसर इज थर्ड, लेफ्ट मीन्स क्लॉकवाइज डायरेक्शन। एंड द लास्ट क्वेश्चन, हु इज सेकेंड टू द राइट ऑफ डब्ल्यू? डब्ल्यू द सेकेंड राइट, राइट एंटी क्लॉकवाइज 1 2 R, आंसर इज फर्स्ट। सो ये थोड़े आंसर्स है 5 2 4 3 1। आई होप दोनों ये क्वेश्चन क्लियर हो गया है। क्वेश्चन नंबर 6, so 1 2 3 4 5 6 7 8 are sitting around a circle facing the center, so 6 persons। T is second to the left of P and third to the right of V, so V is the base, right third, right anti-clockwise 1 2 3, answer is P, sorry and लिखा सी, so answer is T actually। so T से second to the left of P, P ਦੇ second left ਤੇ T है ਤੇ V ਦੇ third right ਤੇ T है, so statement थोड़ी different। T is second to the left of P, P ਦੇ second left ਤੇ T है and third to the right of V ਤੇ V ਦੇ third right ਤੇ T। so I hope ਤੁਹਾਨੂੰ ਇਹ statement clear ਹੋ ਰਹੀ ਹੈ ਕਿ ਇਹਨੂੰ ਕਿਸ ਤਰ੍ਹਾਂ arrange ਕਰਨਾ ਹੈ। so V ਦੇ ਤਾਂ third right ਤੇ ਤੁਸੀਂ T ਲੈ ਲਓਗੇ, but P ਉੱਤੇ ਲੈਣਾ ਪਏਗਾ ਜਿੱਥੇ second left ਤੇ T ਆ ਜਾਏ। ਠੀਕ ਹੈ, T is second to the left of P,
सो P दे सेकंड लेफ्ट ते T आ जाएगा। S is second to the right of W, who is to the immediate right of T. T the immediate right, clockwise नहीं anti clockwise, who means W, the right second S, right 1 2 इथे S आ जाएगा। Q is third to the right of U, anti clockwise, U दे 1 2 3 नहीं आएगा, U दे 1 2 3 नहीं आएगा, U इथे नहीं आ सकता, V है U 1 2 3, this is Q। आई होप ਤੁਹਾਨੂੰ ਕਲੀਅਰ ਹੋ ਰਿਹਾ ਯੂ ਆਪਾਂ ਕਿਸ ਤਰ੍ਹਾਂ ਇਹਨਾਂ ਤਿੰਨਾਂ ਆਪਸ਼ਨਸ ਚੁੱਕ ਕੇ ਅਰੇਂਜ ਕੀਤਾ ਕਿ ਯੂ ਇੱਥੇ ਕਿਉਂ ਨਹੀਂ ਆ ਸਕਦਾ, ਇੱਥੇ ਕਿਉਂ ਨਹੀਂ ਆ ਸਕਦਾ, ਇੱਥੇ ਹੀ ਕਨਫਰਮ ਹੋਏਗਾ ਕਿਉਂਕਿ ਤਾਂ ਹੀ ਕਿਊ ਥਰਡ ਰਾਈਟ ਤੇ ਹੋਏਗਾ। ਸੋ ਪੀ ਕਿਊ ਆਰ ਮਿਸਿੰਗ ਹੈ, ਸੋ ਆਪਾਂ ਆਰ ਨੂੰ ਇੱਥੇ ਅਰੇਂਜ ਕਰ ਦਾਂਗੇ। ਇਹ ਕੁਐਸਚਨ ਕੰਪਲੀਟ ਹੋ ਜਾਂਦਾ ਹੈ। ਸੋ ਦੀ ਕੁਐਸਚਨਸ ਹੈ, ਇਨ ਵਿਚ ਆਫ ਦ ਫੋਲੋਇੰਗ ਪੇਅਰਸ ਇਜ਼ ਅ ਥਰਡ ਪਰਸਨ ਸਿਟਿੰਗ ਬਿਟਵੀਨ ਫਸਟ ਐਂਡ ਸੈਕਿੰਡ, third person actually between first and second, first and S is between W and P, W and P no, W is between T and Q, T and no, U is between V and R, no, P is between U and S, P is between U and S, no। So answer is क्या है fifth, third person sitting in between first and second, S is between W and P, W P no, T Q no, V R no, US no। So first second person ਦੇ ਵਿੱਚ third person ਹੋਣਾ ਚਾਹੀਦਾ, but first ਤੇ second person ਦੋਨੋਂ ਇਕੱਠੇ ਹੈ, so ਉਹਦੇ ਵਿੱਚ ਕੋਈ ਨਹੀਂ ਹੋ ਸਕਦਾ। Answer is none of these। Who is to the immediate left of T? T ਦੇ immediate left ਕੌਣ ਹੈ? T ਦੇ immediate left Q, right hand side, sorry clockwise side, immediate left of T, ठीक है जी Q। Answer is first। Who is second to the right of P? P the second right, the P the second right anti-clockwise 1 2, U। Answer is third। What is R's position with respect to W? R's position with respect to W, W ਦੇ ਸਾਹਮਣਾ, R's position with respect to W, R ਦੀ position W ਦੇ ਸਾਹਮਣਾ 1 2 3 anti-clockwise third left, third to the left नहीं था 1 2 3 4 5, 5 to the right नहीं, but third to the left is here, ठीक है। Who is fourth to the left of R? R the fourth left, 1 2 3 4 clockwise direction, answer is P second, ठीक है। So 5 1 3 1 2, so ये थोड़े 5 आंसर्स है। आई होप तो क्वेश्चन क्लियर हो गया है। क्वेश्चन नंबर 7, A B C D E F G and H, 8 persons are sitting around a circle facing the center. D is fourth to the right of H and second to the left of B. So B left second and लिखा है तो D होएगा। right fourth D, H ਦੇ right ਦੇ ਵਿੱਚ fourth ਤੇ D, so H ਨੂੰ ਆਪਾਂ ਇੱਥੇ ਲੈਣਾ ਪਏਗਾ ਤਾਂ ਕਿ ਉਹਦੇ first second third fourth right ਤੇ D ਆ ਜਾਏ। F is fourth to the right of B, B the right fourth, B the right 1 2 3 4th F। C is fourth to the right of E, who is not an immediate neighbor of B or D। E is not an immediate neighbor of B or D, so E ਇੱਥੇ ਨਹੀਂ ਹੈ, ਇੱਥੇ ਨਹੀਂ ਹੈ, ਇੱਥੇ ਨਹੀਂ ਹੈ, so E ਦੇ ਲਈ ਆਹੀ ਆਪਸ਼ਨ ਬਚਦੀ ਹੈ ਤੇ E ਦੇ right fourth ਤੇ C, right fourth 1 2 3 4th C। आई होप ਤੁਹਾਨੂੰ ਇਹ ਕਲੀਅਰ ਹੋ ਰਿਹਾ ਹੈ। फोर्थ राइट होवे या फोर्थ लेफ्ट होवे सामने आ जाएगा पर्सन। A is not an immediate neighbor of D, so this is A B C D E F and G and H। so questions है, what is B's position with respect to G? B G 1 2 3 anti-clockwise, third to the right, first answer है। Which of the following combinations are third person sitting in between first and second? Third person first and second, G is between B and F, G is between B and F no, A is between CB, CB no, E is between AH no, D is between GC, GC D correct। so D जो है third person वो G ते C first and second दे which है, so definitely second answer आ जाएगा। Who is third to the right of A? A the third right the anti-clockwise 1 2 3 F, third answer आ जाएगा। Immediate left of D, D the immediate left G, first answer आ जाएगा।
Who is fourth to the left of D? D the fourth left clockwise 1 2 3 4 H. Answer is fourth. So I hope ਤੁਹਾਨੂੰ ਇਹ clear ਹੋ ਗਿਆ। ਸੋ ਇਹ ਤੁਹਾਡਾ ਆਨਸਰ ਸੀਗੇ। Question number 8 start ਕਰਦੇ हैं। There are 8 friends A B C D E F G H seated in a circle facing the center. A C D G H E and F B are seated adjacent to each other। ਜਿਹੜਾ word ਹੈ adjacent ਇਹਦਾ ਮਤਲਬ ਹੁੰਦਾ ਹੈ ਇੱਕ ਦੂਜੇ ਦੇ ਨਾਲ ਬਗਲ ਦੇ ਵਿੱਚ। ਜਿਵੇਂ ਕਿ AC ਦੇ ਨਾਲ ਬੈਠਾ ਹੈ, DG ਦੇ ਨਾਲ ਬੈਠਾ ਹੈ, HE ਦੇ ਨਾਲ ਬੈਠਾ ਹੈ ਤੇ FB ਦੇ ਨਾਲ ਬੈਠਾ ਹੈ। ਇਹ adjacent ਬੈਠੇ ਹੈ ਇੱਕ ਦੂਜੇ ਦੇ। A is also seated adjacent to H। ਠੀਕ ਹੈ ਜੀ, ਇੱਥੇ ਇੱਕ ਸਟੇਟਮੈਂਟਸ ਦੱਸਿਆ ਗਿਆ ਹੈ A ਜਿਹੜਾ ਹੈ is also seated adjacent to H। ਉਹ H ਦੇ adjacent ਵੀ ਬੈਠਾ ਹੈ। बट A सानू ऑलरेडी पता है C दे एडजेसेंट भी है। सो दैट मीनस A H दे एडजेसेंट भी है, C दे भी एडजेसेंट है। सो टोटल 8 पर्सनस ਦੇ ਵਿੱਚ ਜੇ ਆਪਾਂ ਇਹਨਾਂ ਨੂੰ ਅਰੇਂਜ ਕਰਨਾ ਹੋਵੇ ਆਪਾਂ ਹਾਲੇ ਤਾਂ ਅਰੇਂਜ ਨਹੀਂ ਕਰ ਸਕਦੇ ਕਿ A ਲੈ ਕੇ ਇੱਕ ਸਾਈਡ ਤੇ H ਜਾਂ C ਲੈ ਲਈਏ, ਬਟ ਸਾਨੂੰ ਪਤਾ ਨਹੀਂ ਹੈ ਕਿੱਧਰ ਕਨਫਰਮ ਹੋਏਗਾ। ਨੈਕਸਟ ਸਟੇਟਮੈਂਟ ਹੈ B ਇਜ਼ ਸੈਕੰਡ ਟੂ ਦ ਰਾਈਟ ਆਫ H। ਸੋ ਇੱਥੇ ਆਪਾਂ H ਨੂੰ ਬੇਸ ਲੈ ਸਕਦੇ ਹਾਂ ਤੇ B ਸੈਕੰਡ ਰਾਈਟ ਤੇ, ਰਾਈਟ ਐਂਟੀ ਕਲੌਕਵਾਈਜ਼ 1 2 ਇੱਥੇ B ਅਰੇਂਜ ਕਰ ਦਾਂਗੇ। ਹੁਣ ਕਿਉਂਕਿ H ਹੈ, H ਦੇ ਐਡਜੈਸੈਂਟ A ਹੈ ਤੇ ਆਪਾਂ ਐਕਚੁਅਲੀ ਜੇ A ਇੱਥੇ ਲੈ ਲਈਏ ਤਾਂ ਉਹ ਗਲਤ ਹੋ ਜਾਏਗਾ ਕਿਉਂਕਿ A ਦੇ ਐਡਜੈਸੈਂਟ C ਵੀ ਹੋਣਾ ਚਾਹੀਦਾ ਤੇ ਇੱਥੇ C ਨਹੀਂ ਆ ਪਾਏਗਾ। ਸੋ ਆਪਾਂ A ਦੇ ਇਧਰਲੀ ਸਾਈਡ H ਨਹੀਂ ਲੈ ਸਕਦੇ ਕਿਉਂਕਿ ਜੇ ਆਪਾਂ ਇੱਥੇ A ਲੈ ਲੈਣੇ ਤਾਂ C ਅਰੇਂਜ ਹੀ ਨਹੀਂ ਹੋਏਗਾ। ਸੋ ਆਪਾਂ A ਇੱਧਰ ਲੈ ਸਕਦੇ ਹਾਂ ਤੇ ਇੱਥੇ C ਆ ਜਾਏਗਾ ਤੇ ਐਕਚੁਅਲੀ H ਦੇ ਐਡਜੈਸੈਂਟ E ਬੈਠਾ ਹੈ। ਸੋ ਆਪਾਂ E ਨੂੰ ਜ਼ਰੂਰ ਇੱਧਰ ਲੈ ਸਕਦੇ ਹਾਂ ਕਿਉਂਕਿ H ਤੇ E ਵੀ ਇਕੱਠੇ ਬੈਠੇ ਹੈ ਤੇ H ਦੇ ਨਾਲ ਇੱਧਰ A ਆ ਜਾਏਗਾ, ਫਿਰ ਇੱਧਰ A ਦੇ ਨਾਲ C ਆ ਜਾਏਗਾ। ਸੋ ਆ ਸੀਕੁਐਂਸ ਇੱਦਾਂ ਬਣ ਸਕਦੀ ਹੈ। So E is third to the right of C। C ਦੇ first second third right ਤੇ E already ਹੈਗਾ, ਸੋ ਸਾਨੂੰ ਇਸ ਸਟੇਟਮੈਂਟ ਦੀ ਜ਼ਰੂਰਤ ਨਹੀਂ ਪਏਗੀ। B ਤੇ F ਇਕੱਠੇ ਬੈਠੇ, ਸੋ B ਦੇ ਨਾਲ ਐਡਜੈਸੈਂਟ F ਹੋ ਜਾਏਗਾ, ਇੱਥੇ ਉੱਪਰ ਤਾਂ ਨਹੀਂ ਹੋ ਸਕਦਾ। ਸਟੇਟਮੈਂਟ ਇੱਥੇ ਖਤਮ ਹੋ ਜਾਂਦੀ ਹੈ। ਸੋ ਦੈਟ ਮੀਨਸ ਆਪਾਂ ਕੋਲ ਦੋ ਆਪਸ਼ਨਸ D ਐਂਡ G ਬਚਦੇ ਹੈ। ਸੋ D ਤੇ G, ਸੋ ਇਹਨਾਂ ਦੇ ਦੋਨੋਂ ਆਪਸ਼ਨਸ ਹੋ ਸਕਦੇ ਆ, ਇੱਧਰ D ਹੋਏਗਾ ਤੇ ਇੱਧਰ G ਹੋ ਜਾਏਗਾ, ਬਟ ਜੇ ਇੱਧਰ D ਹੋਏਗਾ ਤੇ ਇੱਧਰ G ਹੋ ਜਾਏਗਾ। ਸੋ ਆਪਾਂ ਕੁਐਸਚਨਸ ਚੈੱਕ ਕਰਦੇ ਹਾਂ ਇਹਨਾਂ ਦੇ। ਫਸਟ ਕੁਐਸਚਨ ਹੈ ਹੂ ਇਜ਼ ਸੈਕੰਡ ਟੂ ਦ ਲੈਫਟ ਆਫ A। A ਦੇ ਸੈਕੰਡ ਲੈਫਟ ਤੇ ਮੇ ਬੀ D ਹੋ ਸਕਦਾ ਹੈ, ਮੇ ਬੀ G, D ਔਰ G। ਆਪਸ਼ਨ D ਔਰ G ਤਾਂ ਨਹੀਂ ਦਿੱਤਾ ਹੋਇਆ, ਅਲੱਗ-ਅਲੱਗ ਦਿੱਤੇ ਹੋਏ ਹੈ, ਸੋ ਇਸ ਕਰਕੇ ਆਪਾਂ ਆਨਸਰ ਫੋਰਥ ਤੇ ਕਰਾਂਗੇ, ਕੈਨ ਨਾਟ ਬੀ ਡਿਟਰਮਾਈਨਡ। Who is third to the left of C? C ਦੇ third left ਤੇ left clockwise 1 2 3 ਇਹ ਕਨਫਰਮ ਹੈ। F ਬਟ ਇੱਥੇ ਗਿਵਨ ਨਹੀਂ ਹੈ, ਸੋ ਆਨਸਰ ਹੋ ਜਾਏਗਾ ਫਿਫਥ, none of these। What is C's position with reference to E? C ਦੀ position reference to E। E ਦੇ first second third left, third to the left ਨਹੀਂ ਹੈ, so first second third fourth fifth to the right, that is first answer। Who is second to the right of A? A ਦੇ second right anti clockwise 1 2, answer is E जो कि साढ़े को अवेलेबल है, सेकेंड आंसर आ जाएगा। फिफ्थ क्वेश्चन है who among the following pairs may not be seated adjacent to each other। so इन्हां pairs विचों किहड़ा शायद इकट्ठे नहीं बैठे। A and H, A ते H डेफिनेटली इकट्ठे है। D and C, D ਤੇ C ਇਕੱਠੇ ਹੋ ਵੀ ਸਕਦੇ, ਇਕੱਠੇ ਨਹੀਂ ਵੀ ਹੋ ਸਕਦੇ, ਬਿਲਕੁਲ ਇਹ ਸ਼ਾਇਦ ਇਕੱਠੇ ਨਹੀਂ ਵੀ ਹੋ ਸਕਦੇ। ਕਰੈਕਟ E and B ਡੈਫੀਨੇਟਲੀ ਇਕੱਠੇ ਹੈ, ਕੈਨ ਨਾਟ ਬੀ ਡਿਟਰਮਾਈਨਡ ਨਨ ਆਫ ਥੀਸ। ਸੋ ਸਾਡੇ ਕੋਲ ਇੱਕ ਆਨਸਰ ਆ ਰਿਹਾ ਹੈ D and C ਸੈਕਿੰਡ, ਜਿਹਦੇ ਵਿੱਚ ਸਾਨੂੰ ਕਨਫਰਮ ਹੋ ਰਿਹਾ ਹੈ ਕਿ D ਤੇ C ਸ਼ਾਇਦ ਇਕੱਠੇ ਨਹੀਂ ਬੈਠੇ ਹੋ ਸਕਦੇ, ਬਿਲਕੁਲ। ਸੋ ਸਾਡਾ ਫਸਟ ਸੈਕਿੰਡ ਆਨਸਰ ਆ ਜਾਏਗਾ, ਠੀਕ ਹੈ। ਸੋ ਇਹ ਕੰਪਲੀਟ ਹੋ ਜਾਂਦਾ ਸਾਡਾ ਕੁਐਸਚਨ। ਜਿਹਦੇ ਵਿੱਚ ਕੋਈ ਕੁਐਰੀ ਹੈ ਤੁਸੀਂ ਮੈਨੂੰ ਕੁਐਸਚਨ ਐਂਡ ਆਨਸਰ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਕੁਐਸਚਨ ਨੰਬਰ 9 ਚੈੱਕ ਕਰਦੇ ਹਾਂ। 8 friends Q R S T V W Y and Z, ਠੀਕ ਹੈ, ਸਿਟਿੰਗ ਅਰਾਊਂਡ ਅ ਸਰਕਲ ਫੇਸਿੰਗ ਦ ਸੈਂਟਰ। ਸੋ ਆਪਾਂ 8 ਫਰੈਂਡਸ ਨੂੰ ਅਰੇਂਜ ਕਰਾਂਗੇ। ਸੋ ਆਪਾਂ ਥੋੜ੍ਹਾ ਜਿਹਾ ਇਹਨੂੰ ਨੀਚੇ ਅਰੇਂਜ ਕਰਦੇ ਹਾਂ। There are 3 males and 5 females in each of the in the group of the friends। so 3 ਕੀ ਹੈ ਮੇਲਸ, ਮੇਲ ਨੂੰ ਆਪਾਂ ਪਲੱਸ ਨਾਲ ਲਿਖਾਂਗੇ, ਤੇ 5 ਕੀ ਹੈ ਫੀਮੇਲਸ, ਤੇ ਫੀਮੇਲ ਨੂੰ ਆਪਾਂ ਮਾਈਨਸ ਨਾਲ ਡਿਨੋਟ ਕਰਾਂਗੇ।
नो टू ਮੇਲਸ ਆਰ ਇਮੀਡੀਏਟ ਨੇਬਰਸ ਆਫ ਈਚ ਅਦਰ। ਸੋ ਦੋ ਮੇਲ ਇਕੱਠੇ ਨਹੀਂ ਹੋ ਸਕਦੇ। ਫੋਰ ਐਗਜ਼ਾਮਪਲ ਜੇ ਇੱਥੇ ਮੇਲ ਹੈ ਤਾਂ ਇੱਥੇ ਫਿਰ ਫੀਮੇਲ ਹੋਣੀ ਚਾਹੀਦੀ ਹੈ ਤੇ ਇੱਥੇ ਵੀ ਫੀਮੇਲ ਹੋਣੀ ਚਾਹੀਦੀ ਹੈ, ਕਿਉਂਕਿ ਦੋ ਮੇਲ ਇਕੱਠੇ ਐਡਜਸਟ ਨਹੀਂ ਕੀਤੇ ਜਾ ਸਕਦੇ। ਸੋ ਦੋ ਮੇਲ ਇਕੱਠੇ ਨਹੀਂ ਹੋ ਸਕਦੇ, ਐਡਜਸਟੈਂਟ ਨਹੀਂ ਹੋ ਸਕਦੇ, ਇਮੀਡੀਏਟ ਨੇਬਰ ਨਹੀਂ ਹੋ ਸਕਦੇ। ਸੋ ਫਸਟ ਸਟੇਟਮੈਂਟ ਹੈ ਵੀ ਸਿਟਸ ਥਰਡ ਟੂ ਦ ਰਾਈਟ ਆਫ ਹਿਜ਼ ਵਾਈਫ। ਸੋ ਆਪਾਂ ਵੀਜ਼ ਵਾਈਫ ਨੂੰ ਬੇਸ ਲਵਾਂਗੇ। ਸੋ ਇੱਥੇ ਕੋਈ ਫੀਮੇਲ ਹੋਏਗੀ, ਬਟ ਇਹਨਾਂ ਚੋਂ ਵੀ ਦੀ ਵਾਈਫ ਕੌਣ ਹੈ? QRSTVWYZ। ਸੋ ਆਪਾਂ ਨੂੰ ਕਨਫਰਮ ਨਹੀਂ ਹੈ ਕਿਉਂਕਿ ਇਹਨਾਂ ਦਾ ਕੌਣ ਹੈ ਇਹਨਾਂ ਚੋਂ ਇਹ ਨਹੀਂ ਦੱਸਿਆ ਹੈਗਾ, ਬਟ ਆਪਾਂ ਨੂੰ ਇਹ ਕਨਫਰਮ ਹੈ ਵੀ ਦੀ ਵਾਈਫ ਨੂੰ ਆਪਾਂ ਬੇਸ ਲੈ ਕੇ ਉਹਦੇ ਫਸਟ ਸੈਕਿੰਡ ਰਾਈਟ ਸੈਕਿੰਡ ਤੇ ਵੀ ਨੂੰ ਅਰੇਂਜ ਕਰਾਂਗੇ ਤਾਂ ਸਾਨੂੰ ਸਮਝ ਆਉਂਦਾ ਹੈ ਕਿ ਵੀ ਮੇਲ ਹੋਏਗਾ, ਕਿਉਂਕਿ ਜੇ ਵੀ ਦੀ ਵਾਈਫ ਹੈ ਸੋ ਵੀ ਉਹਦਾ ਹਸਬੈਂਡ ਹੋਏਗਾ ਇੱਥੇ ਜੋ ਵੀ ਪਰਸਨ ਹੋਏਗਾ। ਤੇ ਬਟ ਇਹਦੇ ਉੱਪਰ ਤੇ ਇਹਦੇ ਨੀਚੇ ਦੋਨੋਂ ਸਾਈਡਸ ਤੇ ਆਪਾਂ ਫੀਮੇਲ ਕਨਫਰਮ ਕਰ ਸਕਦੇ ਹਾਂ। ਉਹ ਕੌਣ ਹੈ ਉਹ ਚੈੱਕ ਕਰਾਂਗੇ ਫਰਦਰ। ਉਹ ਫੀਮੇਲ ਕਿਉਂ ਅਰੇਂਜ ਕਰ ਰਹੇ हैं क्योंकि ਇੱਥੇ ਤੇ ਇੱਥੇ ਦੋਨੋਂ ਪਾਸੇ ਮੇਲ ਨਹੀਂ ਹੋ ਸਕਦਾ, ਕਿਉਂਕਿ ਦੋ ਮੇਲ ਐਡਜਸਟੈਂਟ ਜਾਂ ਨੇਬਰ ਨਹੀਂ ਹੋ ਸਕਦੇ ਇੱਕ ਦੂਜੇ ਦੇ। S sits third to the right of V। V ਦੇ ਫਸਟ ਸੈਕਿੰਡ ਥਰਡ ਰਾਈਟ ਤੇ S ਹੈ, ਇਹਦਾ ਵੀ ਜੈਂਡਰ ਹਲੇ ਕਨਫਰਮ ਨਹੀਂ ਹੈ। W sits second to the right of her husband Z। her husband Z ਲਿਖਿਆ ਹੈ ਤਾਂ W ਫੀਮੇਲ ਹੋਏਗੀ। ਸੋ W ਇੱਕ ਫੀਮੇਲ ਹੈ ਤੇ ਉਹ ਕਿੱਥੇ ਹੈ? ਸੈਕਿੰਡ ਰਾਈਟ ਆਫ ਹਰ ਹਸਬੈਂਡ ਜ਼ੈਡ। ਸੋ ਉਹਦਾ ਹਸਬੈਂਡ ਹੋਏਗਾ ਜ਼ੈਡ ਜੋ ਕਿ ਮੇਲ ਹੋਏਗਾ, ਉਹਦੇ ਫਸਟ ਛੱਡ ਕੇ ਸੈਕਿੰਡ ਰਾਈਟ ਤੇ ਆਪਾਂ ਡਬਲਿਊ ਨੂੰ ਅਰੇਂਜ ਕਰਾਂਗੇ। ਸੋ ਜ਼ੈਡ ਇੱਥੇ ਤਾਂ ਨਹੀਂ ਹੋ ਸਕਦਾ ਕਿਉਂਕਿ ਦੋ ਮੇਲ ਇਕੱਠੇ ਨਹੀਂ ਹੈ, ਇੱਥੇ ਵੀ ਨਹੀਂ ਹੋ ਸਕਦਾ। ਜ਼ੈਡ 1 2 3 ਆਪਸ਼ਨ ਕੈਂਸਲ ਹੋ ਜਾਂਦੀਆਂ, 4 ਵੀ ਕੈਂਸਲ ਹੋ ਜਾਏਗੀ, 5 ਵੀ ਕੈਂਸਲ ਹੋ ਜਾਏਗੀ। ਠੀਕ ਹੈ, ਜ਼ੈਡ ਇਜ਼ ਨਾਟ ਐਨ ਇਮੀਡੀਏਟ ਨੇਬਰ ਆਫ ਵੀਜ਼ ਵਾਈਫ, ਸੋ ਦੈਟ ਮੀਨਸ ਜ਼ੈਡ ਇੱਧਰ ਵੀ ਅਰੇਂਜ ਨਹੀਂ ਹੋ ਸਕਦਾ, ਇੱਧਰ ਵੀ ਅਰੇਂਜ ਨਹੀਂ ਹੋ ਸਕਦਾ। ਇੱਥੇ ਤਾਂ ਜ਼ੈਡ ਹੋਣਾ ਨਹੀਂ ਹੈ ਕਿਉਂਕਿ ਵੀਜ਼ ਵਾਈਫ ਹੈ, ਇੱਥੇ ਵੀ ਹੈ, ਇੱਥੇ ਵੀ ਨਹੀਂ ਹੋਣਾ, ਇੱਥੇ ਵੀ ਨਹੀਂ ਹੋਣਾ। ਜ਼ੈਡ ਇੱਥੇ ਹੋ ਸਕਦਾ ਹੈ, ਜ਼ੈਡ ਇੱਥੇ ਹੋ ਸਕਦਾ ਹੈ, ਬਟ ਆਪਾਂ ਐਕਚੁਅਲੀ ਜ਼ੈਡ ਨੂੰ ਇੱਥੇ ਵੀ ਅਰੇਂਜ ਨਹੀਂ ਕਰ ਸਕਦੇ। ਸੋ ਉਹ ਕਿਉਂ? ਕਿਉਂਕਿ ਜੇ ਆਪਾਂ ਜ਼ੈਡ ਨੂੰ ਇੱਥੇ ਅਰੇਂਜ ਕਰਦੇ ਹਾਂ ਤਾਂ ਉਹਦੇ ਫਸਟ ਸੈਕਿੰਡ ਰਾਈਟ ਤੇ ਆਪਾਂ ਨੂੰ ਜ਼ੈਡ ਦੀ ਵਾਈਫ ਨੂੰ ਡਬਲਿਊ ਰੱਖਣਾ ਪਏਗਾ, ਬਟ ਇੱਥੇ ਵੀ ਦੀ ਵਾਈਫ ਹੈ। ਸੋ ਦੈਟ ਮੀਨਸ ਇਹ ਪੋਸੀਬਲ ਨਹੀਂ ਹੈ ਕਿ ਦੋਨੋਂ ਕਾਮਨ ਹੋ ਜਾਣ। ਸੋ ਇੱਥੇ ਸਾਨੂੰ ਸਮਝ ਆਉਂਦਾ ਹੈ ਕਿ ਜ਼ੈਡ ਪੋਸੀਬਲ ਨਹੀਂ ਹੈ ਕਿ ਆਪਾਂ ਇੱਥੇ ਰੱਖ ਪਾਈਏ। ਸੋ ਜ਼ੈਡ ਨੂੰ ਸਾਨੂੰ ਇੱਥੇ ਰੱਖਣਾ ਪਏਗਾ ਤੇ ਉਹ ਮੇਲ ਹੈ, ਤੇ ਉਹਦੇ ਫਸਟ ਸੈਕਿੰਡ ਰਾਈਟ ਤੇ ਆਪਾਂ ਡਬਲਿਊ ਜੋ ਕਿ ਫੀਮੇਲ ਨੂੰ ਅਰੇਂਜ ਕਰ ਦਾਂਗੇ। ਸੋ ਇਹ ਹੋਏਗਾ ਵਾਈਫ ਆਫ ਜ਼ੈਡ। ਸੋ ਇੱਥੇ ਲਿਖ ਦਾਂਗੇ ਆਪਾਂ ਹਸਬੈਂਡ ਆਫ ਡਬਲਿਊ। ਤੇ ਐਸ ਸਾਨੂੰ ਕਨਫਰਮ ਹੁੰਦਾ ਹੈ ਫੀਮੇਲ ਹੈ, ਕਿਉਂਕਿ ਜੇ ਮੇਲ ਹੈ ਤੇ ਇਹਦੇ ਨੇਬਰ ਜੋ ਹੈ ਉਹ ਮੇਲ ਨਹੀਂ ਹੋ ਸਕਦਾ, ਫੀਮੇਲ ਹੋਣੀ ਚਾਹੀਦੀ ਹੈ। ਸੋ ਫੀਮੇਲ 1 2 3 4 5 ਫੀਮੇਲਸ ਹੋ ਸਕਦੀਆਂ ਹੋ ਗਈਆਂ, ਠੀਕ ਹੈ। 3 ਮੇਲਸ 1 2 ਐਂਡ 3 ਮੋਸਟ ਲਾਈਕਲੀ ਮੇਲ ਇੱਥੇ ਹੋਏਗਾ, ਠੀਕ ਹੈ। ਸੋ ਆ ਸੀਕੁਐਂਸ ਜੈਂਡਰ ਸਾਨੂੰ ਕਨਫਰਮ ਹੋ ਚੁੱਕਿਆ ਹੈ। ਟੀ ਇਜ਼ ਅ ਮੇਲ, ਸੋ ਬਿਲਕੁਲ ਇੱਥੇ ਟੀ ਹੋਏਗਾ, ਟੀ ਇਜ਼ ਅ ਮੇਲ। ਐਂਡ ਵਾਈ ਇਜ਼ ਨਾਟ ਐਨ ਇਮੀਡੀਏਟ ਨੇਬਰ ਆਫ ਵੀ। ਸੋ ਇੱਥੇ ਟੀ ਡਬਲਿਊ ਐਸ ਜ਼ੈਡ ਤੇ ਵੀ 5 ਕਨਫਰਮ ਹੋ ਚੁੱਕੇ ਹੈ। 6 7 ਤੇ ਇੱਥੇ ਐਕਚੁਅਲੀ ਵਾਈ ਨੂੰ ਆਪਾਂ ਅਰੇਂਜ ਨਹੀਂ ਕਰ ਸਕਦੇ, ਵਾਈ ਇਜ਼ ਨਾਟ ਐਨ ਇਮੀਡੀਏਟ ਨੇਬਰ ਆਫ ਵੀ। ਸੋ ਦੈਟ ਮੀਨਸ ਵਾਈ ਨੂੰ ਆਪਾਂ ਵੀ ਦੀ ਵਾਈਫ ਦੀ ਜਗ੍ਹਾ ਤੇ ਅਰੇਂਜ ਕਰ ਸਕਦੇ ਹਾਂ। ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਗਿਆ। ਹੁਣ ਸਿਰਫ ਆ ਦੋ ਪਰਸਨਸ ਨੂੰ ਅਰੇਂਜ ਕਰਨਾ ਹੈ। ਆਰ ਸਿਟਸ ਸੈਕਿੰਡ ਟੂ ਦ ਰਾਈਟ ਆਫ ਕਿਊ, ਠੀਕ ਹੈ। ਸੋ ਕਿਊ ਨੂੰ ਬੇਸ ਜੇ ਆਪਾਂ ਇੱਥੇ ਕਿਊ ਨੂੰ ਲਈਏ ਤਾਂ ਫਸਟ ਸੈਕਿੰਡ ਰਾਈਟ ਤੇ ਆਪਾਂ ਆਰ ਨਹੀਂ ਅਰੇਂਜ ਕਰ ਸਕਦੇ, ਕਿਊ ਨੂੰ ਆਪਾਂ ਇੱਥੇ ਲੈ ਸਕਦੇ ਹਾਂ ਤੇ ਸੈਕਿੰਡ ਰਾਈਟ ਤੇ ਆਰ ਇੱਥੇ ਕਨਫਰਮ ਹੋ ਜਾਏਗਾ, ਠੀਕ ਹੈ। ਸੋ ਇਹ ਸਾਰੀ ਸੀਕੁਐਂਸ ਸਾਡੀ ਕੰਪਲੀਟ ਹੋ ਜਾਂਦੀ ਹੈ। ਸੋ ਕੁਐਸਚਨ ਫਸਟ ਚੈੱਕ ਕਰਦੇ ਹਾਂ, ਵਟ ਇਜ਼ ਦ ਪੋਜੀਸ਼ਨ ਆਫ ਟੀ ਵਿਦ ਰਿਸਪੈਕਟ ਟੂ ਜ਼ੈਡ। ਸੋ ਜ਼ੈਡ ਨੂੰ ਬੇਸ ਲਾਓ, ਟੀ ਕਿਧਰ ਹੈ? 1 2 3 एंटी क्लॉकवाइज, थर्ड टू द राइट बिल्कुल। सो आंसर आ जाएगा 5th। नेक्स्ट क्वेश्चन है, विच ऑफ द फॉलोइंग स्टेटमेंट रिगार्डिंग एस इज डेफिनेटली करेक्ट। सो आप एंड तो स्टार्ट करेंगे। एस सिट्स सेकंड टू द राइट ऑफ क्यू, क्यू दे सेकंड राइट ते आर है। डब्ल्यू इज इमीडिएट नेबर ऑफ एस, डब्ल्यू इज इमीडिएट नेबर ऑफ एस डेफिनेटली। सो आंसर इज 4th कन्फर्म हो जाता है। थर्ड क्वेश्चन, हु अमंग द फॉलोइंग इज वीज वाइफ, आंसर इज वाई। Second answer, who among the following has male sitting to the immediate left and the right। so ਕਿਹਦੇ left ਤੇ right ਦੋਨੋਂ ਪਾਸੇ male ਹੈ। answer is R, because ਇੱਥੇ male ਸੀਗਾ, ਇੱਥੇ male ਸੀ ਤੇ ਇੱਥੇ male ਸੀ। so R ਦੇ left right ਦੋਨੋਂ side ਤੇ male ਹੈ। so answer is second R। Fifth question, which of the following is true regarding T। so ਆਪਾਂ ਨੀਚੋਂ start ਕਰਾਂਗੇ, all are true। the one who sits third to the left of T is a male। third left of T, one who sits third to the left of T, T the third left है 1 2 3 Z है।
ਤੇ ਠੀਕ ਹੈ ਉਹ ਮੇਲ ਹੈ the one who sits third to the left of T is a male definitely answer is fourth but all are true है check लेने क्या who sits second to right of T ये भी सही है no male is an immediate neighbor of T ये भी सही है T is immediate neighbor of Z's wife Z ਦੀ wife WC correct so actually ਇੱਥੇ ਸਾਡੇ ਸਾਰੇ ਸਹੀ ਹੈ so answer ਕੀ ਆਏਗਾ fifth sixth, seventh and eighth question भी है so which of the following pairs represents the immediate neighbor of T the immediate neighbor Y and W and Y so answer is fourth how many people sit between V and S when counted in anti-clockwise direction so ਜੇ ਆਪਾਂ ਨੇ ਇੱਦਾਂ ਦੱਸਿਆ ਤਾਂ V ਤੋਂ anti-clockwise direction ਆਪਾਂ ਚੈੱਕ ਕਰਨਾ ਹੈ ਇਸ ਤੱਕ V ਤੋਂ anti-clockwise ਇਸ ਤੱਕ 2 persons ਹੈ ਠੀਕ ਹੈ ਸੋ ਆਪਾਂ ਆਨਸਰ ਟਿਕ ਕਰਾਂਗੇ ਥਰਡ ਕਿਉਂਕਿ ਤੇ 2 ਲਿਖਿਆ ਹੋਇਆ Who among the following sits exactly between V and Y? V and Y, they exactly between Q. So answer is first. So ये थोड़े answers है 8 questions थे 5 4 2 2 5 4 3 1. I hope तो ये question clear हो गया. So I'll suggest तुसी एक बार इन्हों फिर दोबारा solve करो. So question number 10. 8 friends. PQRSTVWZ out of whom one is a pilot professor businessman doctor lawyer banker cricketer or an architect but not necessarily in the same order are sitting around a circle table facing the center so ਆਪਾਂ ਇਸ क्वेश्चन ਨੂੰ solve ਕਰਾਂਗੇ so 8 friends ਨੂੰ ਆਪਾਂ arrange ਕਰਾਂਗੇ S who is a banker sits third to right of Z so ਆਪਾਂ ਇੱਕ base ਲਵਾਂਗੇ Z ਉਹਦੇ right third right means anti-clockwise 1 2 3 ਇੱਥੇ ਆਪਾਂ ਲਵਾਂਗੇ S ਤੇ ਇਹਨਾਂ ਦਾ profession banker so ਆਪਾਂ ਉਹਨੂੰ bracket 'ਚ ਰੱਖਾਂਗੇ so ਇੱਥੇ ਆਪਾਂ persons ਵੀ ਦੱਸਣੇ ਆ ਨਾਲ ਉਹਨਾਂ ਦਾ profession ਵੀ ਦੱਸਣਾ ਹੈ ਤੇ ਜਿਹੜਾ profession ਹੋਏਗਾ ਆਪਾਂ most likely ਉਹਨੂੰ bracket 'ਚ ਰੱਖਾਂਗੇ ਤੁਸੀਂ ਨਾਲ ਕਿਸੇ ਵੀ ਤਰ੍ਹਾਂ ਉਹਨੂੰ ਡਿਫਾਈਨ ਕਰ ਸਕਦੇ ਹੋ ਦ ਪ੍ਰੋਫੈਸਰ ਐਂਡ ਦ ਆਰਕੀਟੈਕਟ ਆਰ ਇਮੀਡੀਏਟ ਨੇਬਰਸ ਆਫ ਈਚ ਅਦਰ ਠੀਕ ਹੈ ਸੋ ਜੋ ਸਾਨੂੰ ਇਨਫੋਰਮੇਸ਼ਨ ਪਤਾ ਲੱਗੀ ਹੈ ਉਹ ਪ੍ਰੋਫੈਸਰ ਹੈ ਤੇ ਆਰਕੀਟੈਕਟ ਹੈ ਸੋ ਇਹ ਦੋਨੋਂ ਇਮੀਡੀਏਟ ਨੇਬਰ ਹੈ ਈਚ ਅਦਰ ਦੇ ਠੀਕ ਹੈ ਸੋ ਇਹਨੂੰ ਆਪਾਂ ਇਕੱਠੇ ਅਰੇਂਜ ਕਰਾਂਗੇ ਨਾਈਦਰ ਦ ਪ੍ਰੋਫੈਸਰ ਨੋਰ ਦ ਆਰਕੀਟੈਕਟ ਇਜ਼ ਐਨ ਇਮੀਡੀਏਟ ਨੇਬਰ ਆਫ ਆਈਦਰ Z ਔਰ S ਸੋ ਪ੍ਰੋਫੈਸਰ ਤੇ ਆਰਕੀਟੈਕਟ ਨਾ ਹੀ Z ਤੇ ਨਾ ਹੀ S ਤੇ ਇਮੀਡੀਏਟ ਨੇਬਰ ਹੈ ਸੋ ਪ੍ਰੋਫੈਸਰ ਤੇ ਆਰਕੀਟੈਕਟ ਦੋਨਾਂ ਲਈ ਇਹ ਆਪਸ਼ਨ ਖਤਮ ਹੈ ਇਹ ਵੀ ਆਪਸ਼ਨ ਖਤਮ ਹੈ ਇਹ ਵੀ ਆਪਸ਼ਨ ਖਤਮ ਹੈ ਤੇ ਇਹ ਵੀ ਆਪਸ਼ਨ ਖਤਮ ਹੈ ਇੱਥੇ ਆਲਰੇਡੀ ਬੈਂਕਰ ਹੈ ਸੋ ਇੱਥੇ ਤਾਂ ਨਹੀਂ ਆ ਸਕਦੇ ਇੱਥੇ ਵੀ ਆਪਾਂ ਨਹੀਂ ਲੈ ਸਕਦੇ ਕਿਉਂਕਿ ਜੇ ਇੱਕ ਪ੍ਰੋਫੈਸਰ ਲਿਖਦੇ ਤਾਂ ਆਰਕੀਟੈਕਟ ਕਿਤੇ ਵੀ ਆਪਸ਼ਨ ਨਹੀਂ ਆਏਗੀ ਨਾ ਆਰਕੀਟੈਕਟ ਲਿਖਦੇ ਤਾਂ ਪ੍ਰੋਫੈਸਰ ਦੀ ਆਪਸ਼ਨ ਨਹੀਂ ਆਏਗੀ ਸੋ ਆਹ ਦੋ ਆਪਸ਼ਨ ਬਚਦੀਆਂ ਸੋ ਜੇ ਆਪਾਂ ਇੱਥੇ ਪ੍ਰੋਫੈਸਰ ਲੈਂਦੇ ਹਾਂ ਤੇ ਇੱਥੇ ਕੌਣ ਆ ਜਾਏਗਾ ਆਰਕੀਟੈਕਟ ਬਟ ਜੇ ਆਪਾਂ ਇੱਥੇ ਪ੍ਰੋਫੈਸਰ ਲੈਂਦੇ ਹਾਂ ਤੇ ਇੱਥੇ ਕੌਣ ਆ ਜਾਏਗਾ ਆਰਕੀਟੈਕਟ ਸੋ ਆਪਣੀ ਜੋ ਪਲੇਸ ਹੈ ਇਹਨਾਂ ਦੋਨਾਂ ਦੀ ਉਹ ਕਨਫਰਮ ਹੁੰਦੀ ਹੈ ਬਟ ਕੌਣ ਕਿੱਥੇ ਹੈ ਇਹ ਸਾਨੂੰ ਹਲੇ ਕਨਫਰਮ ਨਹੀਂ ਹੈ ਇਸ ਕਰਕੇ ਆਪਾਂ ਇਹਦੀ ਦੋ ਆਪਸ਼ਨਸ ਲਵਾਂਗੇ ਜਦੋਂ ਇੱਕ ਕਨਫਰਮ ਹੋ ਜਾਏਗਾ ਦੈਨ ਸਾਨੂੰ ਦੂਸਰਾ ਵੀ ਕਨਫਰਮ ਹੋ ਜਾਏਗਾ ਨੈਕਸਟ ਹੈ ਠੀਕ ਹੈ ਕ੍ਰਿਕਟਰ ਐਂਡ ਪਾਇਲਟ ਆਰ ਇਮੀਡੀਏਟ ਨੇਬਰਸ ਆਫ ਈਚ ਅਦਰ ਠੀਕ ਹੈ ਸੋ ਕ੍ਰਿਕਟਰ ਤੇ ਪਾਇਲਟ ਜਿਹੜੇ ਦੋਨੋਂ ਹੈ ਇਹ ਇਮੀਡੀਏਟ ਨੇਬਰ ਹੈ ਈਚ ਅਦਰ ਦੇ ਜਿਵੇਂ ਕਿ ਪ੍ਰੋਫੈਸਰ ਤੇ ਆਰਕੀਟੈਕਟ ਸੀ ਠੀਕ ਹੈ ਦੇ ਆਰ ਇਮੀਡੀਏਟ ਨੇਬਰ ਆਫ ਈਚ ਅਦਰ ਠੀਕ ਹੈ ਤੇ ਨਾਈਦਰ Z ਨੋਰ W ਇਜ਼ ਏ ਪਾਇਲਟ ਠੀਕ ਹੈ ਸੋ ਇਹ Z ਪਾਇਲਟ ਨਹੀਂ ਹੈ ਸੋ ਆਪਾਂ ਇਹਨੂੰ ਇੱਥੇ ਪਾਇਲਟ ਨਹੀਂ ਲੈ ਸਕਦੇ ਸੋ ਬਟ ਆਪਾਂ ਡੈਫੀਨੇਟਲੀ ਇਹਨੂੰ ਕ੍ਰਿਕਟਰ ਤਾਂ ਜ਼ਰੂਰ ਲੈ ਸਕਦੇ ਇਨ ਕੇਸ ਜੇ ਆਪਸ਼ਨ ਹੋਵੇ ਤਾਂ ਠੀਕ ਹੈ ਸੋ ਬਟ ਇੱਥੇ ਜੇ ਆਪਾਂ ਇੱਥੇ ਪਾਇਲਟ ਲਈਏ ਤਾਂ ਇੱਥੇ ਕ੍ਰਿਕਟਰ ਆ ਜਾਏਗਾ ਕਿਉਂਕਿ ਇਕੱਠੇ ਹੈ ਜੇ ਆਪਾਂ ਇੱਥੇ ਪਾਇਲਟ ਲਈਏ ਤਾਂ ਇੱਥੇ ਕ੍ਰਿਕਟਰ ਆ ਜਾਏਗਾ ਬਟ ਜੇ ਆਪਾਂ ਇੱਥੇ ਪਾਇਲਟ ਲਈਏ ਤਾਂ ਇੱਥੇ ਕ੍ਰਿਕਟਰ ਆ ਜਾਏਗਾ ਜੇ ਆਪਾਂ ਇੱਥੇ ਪਾਇਲਟ ਲਈਏ ਇੱਥੇ ਵੀ ਕ੍ਰਿਕਟਰ ਆ ਸਕਦੇ ਸੋ ਆਪਣੇ ਕਾਫੀ ਸਾਰੇ ਆਪਸ਼ਨਸ ਬਣ ਸਕਦੇ ਆ ਕਿਉਂਕਿ ਪਾਇਲਟ ਤੇ ਕ੍ਰਿਕਟਰ ਨੂੰ ਆਪਾਂ ਇਕੱਠੇ ਅਰੇਂਜ ਕਰਨਾ ਹੈ ਬਟ ਕਿਤੇ ਵੀ ਆਪਾਂ ਪਾਇਲਟ ਕ੍ਰਿਕਟਰ ਇੱਥੇ ਕਿਤੇ ਵੀ ਆਪਸ਼ਨ ਲੈ ਸਕਦੇ ਹਾਂ ਸੋ ਫॉर द ਟਾਈਮ ਬੀਇੰਗ ਕਿਉਂਕਿ ਤੇ ਬਹੁਤ ਸਾਰੇ ਆਪਸ਼ਨ ਬਣ ਰਹੇ ਇਹਨੂੰ ਸਕਿਪ ਕਰ ਰਹੇ ਹਾਂ ਨੈਕਸਟ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੇਗੀ ਕ੍ਰਿਕਟਰ ਤੇ ਪਾਇਲਟ ਬਾਰੇ ਦੈਨ ਆਪਾਂ ਇਹਨੂੰ ਅਰੇਂਜ ਕਰਾਂਗੇ ਦ ਵਨ ਹੂ ਇਜ਼ ਏ ਪ੍ਰੋਫੈਸਰ ਸੋ ਜੋ ਪ੍ਰੋਫੈਸਰ ਹੈ ਇਹਨਾਂ ਬੰਦਾ ਦੋਨਾਂ ਵਿੱਚ ਕੋਈ ਇੱਕ ਪ੍ਰੋਫੈਸਰ ਹੋਏਗਾ ਸਿਟਸ ਉਹ ਬੈਠਾ ਹੈ ਸੈਕਿੰਡ ਟੂ ਦ ਰਾਈਟ ਆਫ ਟੀ ਹੂ ਇਜ਼ ਏ ਲਾਇਰ ਸੋ ਰਾਈਟ ਮੀਨਸ ਐਂਟੀ ਕਲੌਕਵਾਈਜ਼ ਟੀ ਦੇ ਰਾਈਟ ਸੈਕਿੰਡ ਤੇ ਪ੍ਰੋਫੈਸਰ ਹੈ ਤੇ ਟੀ ਕੌਣ ਹੈ ਲਾਇਰ ਹੈ ਸੋ ਬੇਸਿਕਲੀ ਜੇ ਪ੍ਰੋਫੈਸਰ ਹੈ ਤਾਂ ਫਿਰ ਤਾਂ ਉਹ ਐਸ ਦੇ ਰਾਈਟ ਤੇ ਹੋ ਗਿਆ
ਸੋ ਐਸ ਦੇ ਫਸਟ ਸੈਕੰਡ ਰਾਈਟ ਤੇ ਪ੍ਰੋਫੈਸਰ, ਇਹਦਾ ਮਤਲਬ ਆਪਾਂ ਅਰੇਂਜ ਨਹੀਂ ਕਰ ਸਕਦੇ। ਸੋ ਬੈਂਕਰ ਦੇ ਸੈਕੰਡ ਰਾਈਟ ਤੇ ਤਾਂ ਆਪਾਂ ਨਹੀਂ ਕਰਾਂਗੇ, ਉੱਥੇ ਆਰਕੀਟੈਕਟ ਹੋਏਗਾ। ਸੋ ਫਿਰ ਇੱਥੇ ਆਰਕੀਟੈਕਟ ਨਹੀਂ, ਇੱਥੇ ਪ੍ਰੋਫੈਸਰ ਹੋਏਗਾ, ਕਿਉਂਕਿ ਆਪਾਂ ਇੱਥੇ ਟੀ ਨੂੰ ਅਰੇਂਜ ਕਰ ਸਕਦੇ ਹਾਂ। ਸੋ ਇੱਥੇ ਉਹਨਾਂ ਦਾ ਪ੍ਰੋਫੈਸ਼ਨ ਲਾਇਰ ਆ ਜਾਏਗਾ। ਸੋ ਲਾਇਰ ਦੇ ਫਸਟ ਸੈਕੰਡ ਰਾਈਟ ਤੇ ਆਪਾਂ ਪ੍ਰੋਫੈਸਰ ਨੂੰ ਅਰੇਂਜ ਕਰ ਸਕਦੇ ਹਾਂ। ਸੋ ਇੱਥੇ ਆਰਕੀਟੈਕਟ ਹੋਊਗਾ, ਇੱਥੇ ਪ੍ਰੋਫੈਸਰ ਹੋਏਗਾ। ਸੋ ਇਹ ਕੰਪਲੀਟ ਹੋ ਜਾਂਦਾ ਇੱਥੇ। ਓਕੇ, ਵੀ ਹੂ ਇਜ਼ ਏ ਕ੍ਰਿਕਟਰ। ਸੋ ਨਾਓ ਵੀ ਨੋ ਕ੍ਰਿਕਟਰ ਕੌਣ ਹੈ। ਸੋ ਵੀ, ਸੋ ਆਪਾਂ ਜ਼ੈਡ ਨੂੰ ਤਾਂ ਕ੍ਰਿਕਟਰ ਨਹੀਂ ਲੈ ਸਕਦੇ। ਸੋ ਵੀ ਇਜ਼ ਏ ਕ੍ਰਿਕਟਰ, ਠੀਕ ਹੈ। ਤੇ ਇਹਨਾਂ ਦੇ ਨਾਲ ਕੌਣ ਬੈਠੇ ਹੈ, ਪਾਇਲਟ। ਸੋ ਵੀ ਹੂ ਇਜ਼ ਏ ਕ੍ਰਿਕਟਰ ਇਜ਼ ਨਾਟ ਐਨ ਇਮੀਡੀਏਟ ਨੇਬਰ ਆਫ ਦ ਬੈਂਕਰ। ਸੋ ਦੈਟ ਮੀਨਸ ਵੀ ਨੂੰ ਆਪਾਂ ਇੱਥੇ ਅਰੇਂਜ ਨਹੀਂ ਕਰ ਸਕਦੇ। ਵੀ ਇੱਥੇ ਵੀ ਨਹੀਂ ਆਏਗਾ ਕਿਉਂਕਿ ਇੱਥੇ ਜ਼ੈਡ ਹੈ ਆਲਰੇਡੀ। ਸੋ ਇੱਥੇ ਨਹੀਂ ਵੀ ਆ ਸਕਦਾ ਕਿਉਂਕਿ ਵੀ ਕ੍ਰਿਕਟਰ ਹੈ, ਇੱਥੇ ਪ੍ਰੋਫੈਸਰ ਸੀਗਾ। ਸੋ ਇੱਥੇ ਵੀ ਨਹੀਂ ਅਰੇਂਜ ਕੀਤਾ ਜਾ ਸਕਦਾ। ਇੱਥੇ ਵੀ ਅਰੇਂਜ ਨਹੀਂ ਕੀਤਾ ਜਾ ਸਕਦਾ, ਲਾਇਰ ਹੈ। ਸੋ ਇੱਥੇ ਵੀ ਨਹੀਂ ਆਏਗਾ। ਸੋ 1 2 3 4 5 6 ਆਪਸ਼ਨਸ ਵੀ ਦੀਆਂ ਕੈਂਸਲ ਹੁੰਦੀਆਂ, 7th ਐਂਡ 8th। ਬਟ ਜੇ ਆਪਾਂ ਇੱਥੇ ਵੀ ਲੈਂਦੇ ਹਾਂ, ਸੋ ਕ੍ਰਿਕਟਰ ਤਾਂ ਆ ਜਾਏਗਾ ਇੱਥੇ, ਬਟ ਫਿਰ ਪਾਇਲਟ ਨਾ ਨੀਚੇ ਆ ਸਕਦਾ ਨਾ ਉੱਪਰ, ਕਿਉਂਕਿ ਕ੍ਰਿਕਟਰ ਦੇ ਨਾਲ ਆਪਾਂ ਪਾਇਲਟ ਵੀ ਅਰੇਂਜ ਕਰਨਾ ਹੈ ਤੇ ਜ਼ੈਡ ਪਾਇਲਟ ਨਹੀਂ ਹੈ। ਸੋ ਐਕਚੁਅਲੀ ਆਪਾਂ ਕ੍ਰਿਕਟਰ ਇੱਥੇ ਵੀ ਅਰੇਂਜ ਨਹੀਂ ਕਰ ਸਕਦੇ। ਸੋ ਵੀ ਦੇ ਲਈ ਆ ਵੀ ਆਪਸ਼ਨ ਕੈਂਸਲ ਹੋ ਜਾਂਦੀ ਹੈ। ਸੋ 1 2 3 4 5 6 7 ਆਪਸ਼ਨਸ ਕੈਂਸਲ ਹੋ ਜਾਂਦੀਆਂ। ਸੋ ਵੀ ਨੂੰ ਆਪਾਂ ਇੱਥੇ ਰੱਖਾਂਗੇ। ਸੋ ਇੱਥੇ ਕ੍ਰਿਕਟਰ ਵੀ ਨੂੰ ਆਪਾਂ ਅਰੇਂਜ ਕਰ ਦਿੰਦੇ ਹਾਂ। ਸੋ ਵੀ ਦੀਆਂ ਆਪਸ਼ਨਸ ਸਾਰੀਆਂ ਇੱਥੋਂ ਆਪਾਂ ਹਟਾ ਦਾਂਗੇ। ਸੋ ਨੈਕਸਟ ਹੁਣ ਸਾਨੂੰ ਪਤਾ ਲੱਗਿਆ ਵੀ ਹੁਣ ਕਿੱਥੇ ਹੈ। ਸੋ ਜੇ ਵੀ ਇੱਥੇ ਕ੍ਰਿਕਟਰ ਹੈ ਤੇ ਬਟ ਪਾਇਲਟ ਉੱਪਰ ਤਾਂ ਨਹੀਂ ਹੋਏਗਾ। ਸੋ ਪਾਇਲਟ ਨੂੰ ਆਪਾਂ ਇੱਥੇ ਅਰੇਂਜ ਕਰ ਸਕਦੇ ਹਾਂ, ਠੀਕ ਹੈ। ਸੋ ਇੱਥੇ ਵੀ ਪਾਇਲਟ ਦੀ ਹੁਣ ਕੋਈ ਜ਼ਰੂਰਤ ਨਹੀਂ ਹੈ। ਸੋ ਠੀਕ ਹੈ। ਸੋ ਇੱਥੇ ਤੱਕ ਕਨਫਰਮੇਸ਼ਨ ਹੋ ਚੁੱਕੀ ਹੈ। ਓਨਲੀ ਆਰ ਸਿਟਸ ਬਿਟਵੀਨ ਦ ਪ੍ਰੋਫੈਸਰ ਐਂਡ ਦ ਡਾਕਟਰ। ਸੋ ਪ੍ਰੋਫੈਸਰ ਇੱਥੇ ਹੈ ਤੇ ਡਾਕਟਰ ਦੇ ਵਿੱਚ ਆਰ ਬੈਠਾ ਹੈ। ਸੋ ਇੱਥੇ ਤਾਂ ਡਾਕਟਰ ਨਹੀਂ ਹੋਏਗਾ। ਸੋ ਪ੍ਰੋਫੈਸਰ ਆਰ ਤੇ ਡਾਕਟਰ ਆਪਾਂ ਇੱਧਰ ਅਰੇਂਜ ਕਰ ਸਕਦੇ ਹਾਂ, ਕਿਉਂਕਿ ਆਰ ਸਿਟਸ ਬਿਟਵੀਨ ਪ੍ਰੋਫੈਸਰ ਐਂਡ ਡਾਕਟਰ। ਸੋ ਪ੍ਰੋਫੈਸਰ ਤੇ ਇੱਧਰ ਤਾਂ ਲਾਇਰ ਹੈ। ਸੋ ਇੱਥੇ ਤਾਂ ਆਰ ਨਹੀਂ ਅਰੇਂਜ ਹੋ ਸਕਦਾ। ਸੋ ਇੱਧਰ ਹੋ ਜਾਏਗਾ। P sits third to the right of the pilot. Pilot ਦੇ right third, right anti-clockwise 1 2 3 ਇੱਥੇ P ਆਪਾਂ ਅਰੇਂਜ ਕਰ ਦਾਂਗੇ, ਠੀਕ ਹੈ। ਤੇ ਇੱਕ W ਵਾਲੀ ਵੀ ਸੀਕੁਐਂਸ ਸੀਗੀ ਕਿ ਪਾਇਲਟ ਜਿਹੜਾ ਹੈ ਉਹ ਪਾਇਲਟ ਜਿਹੜਾ ਹੈ ਉਹ Z ਵੀ ਨਹੀਂ ਹੈ ਤੇ ਪਾਇਲਟ ਜਿਹੜਾ ਹੈ ਉਹ W ਵੀ ਨਹੀਂ ਹੈ। ਸੋ ਆਪਾਂ ਹੁਣੇ ਚੈੱਕ ਕੀਤਾ ਸੀ, ਨਾਈਦਰ Z ਨੋਰ W ਇਜ਼ ਏ ਪਾਇਲਟ। ਸੋ ਜੇ ਆਪਾਂ ਇਹਨੂੰ ਸੈਪਰੇਟਲੀ ਲਿਖਿਆ ਹੁੰਦਾ, ਸੋ ਜਿਹੜਾ ਪਾਇਲਟ ਹੈ ਉਹ Z ਵੀ ਨਹੀਂ ਹੈ ਤੇ ਪਾਇਲਟ ਹੈ ਜਿਹੜਾ ਉਹ W ਵੀ ਨਹੀਂ ਹੈ। ਸੋ ਪਾਇਲਟ ਇੱਥੇ W ਨਹੀਂ ਹੋ ਸਕਦਾ, ਠੀਕ ਹੈ। ਸੋ ਜੇ ਪਾਇਲਟ W ਨਹੀਂ ਹੈ ਤਾਂ ਇੱਥੇ ਨਹੀਂ, ਇੱਥੇ ਨਹੀਂ, ਇੱਥੇ ਨਹੀਂ, ਇੱਥੇ ਨਹੀਂ। ਸੋ W ਜੋ ਹੈ ਉਹ ਆਪਾਂ ਅਰੇਂਜ ਕਰਾਂਗੇ ਐਜ਼ ਅ ਪ੍ਰੋਫੈਸਰ ਤੇ ਜੋ P ਜੋ ਪਰਸਨ ਬਚ ਗਿਆ ਹੈ ਉਹ ਹੋਏਗਾ ਮੋਸਟ ਲਾਈਕਲੀ Q, ਠੀਕ ਹੈ। ਸੋ ਠੀਕ ਹੈ। ਸੋ ਦੈਨ ਆਪਾਂ ਇੱਥੇ Q ਨੂੰ ਅਰੇਂਜ ਕਰ ਸਕਦੇ ਹਾਂ। ਸੋ ਜਿਹੜਾ ਪ੍ਰੋਫੈਸ਼ਨ ਬਚਿਆ ਹੈ ਡਾਕਟਰ, ਕ੍ਰਿਕਟਰ, ਪਾਇਲਟ, ਬੈਂਕਰ, ਲਾਇਰ, ਆਰਕੀਟੈਕਟ, ਪ੍ਰੋਫੈਸਰ, ਬਿਜ਼ਨਸਮੈਨ ਹਾਲੇ ਤੱਕ ਅਰੇਂਜ ਨਹੀਂ ਕੀਤਾ। ਸੋ ਆਪਾਂ ਆਰ ਨੂੰ ਪਲੇਸ ਕਰਾਂਗੇ ਐਜ਼ ਅ ਬਿਜ਼ਨਸਮੈਨ, ਠੀਕ ਹੈ। ਸੋ ਇਹ ਸਾਰੀ ਇਨਫੋਰਮੇਸ਼ਨ ਕੰਪਲੀਟ ਹੋ ਜਾਂਦੀ ਹੈ ਇੱਥੇ। ਸੋ ਇਹਦੇ ਕੁਐਸਚਨਸ ਚੈੱਕ ਕਰਦੇ ਹਾਂ। ਆਈ ਹੋਪ ਤੁਹਾਨੂੰ ਇਹ ਕੁਐਸਚਨ ਪੂਰਾ ਕਲੀਅਰ ਹੋ ਗਿਆ ਹੋਵੇਗਾ। ਵਿਚ ਆਫ ਦਾ ਫੋਲੋਇੰਗ ਪੇਅਰਸ ਰਿਪਰੈਜ਼ੈਂਟਸ ਦਾ ਇਮੀਡੀਏਟ ਨੇਬਰ ਆਫ ਦਾ ਡਾਕਟਰ। ਸੋ ਡਾਕਟਰ ਦੇ ਕੋਲ ਆਰ ਤੇ ਵੀ ਸੀਗੇ ਜੋ ਕਿ ਕ੍ਰਿਕਟਰ ਤੇ ਬਿਜ਼ਨਸਮੈਨ ਹੈ। ਸੋ ਕ੍ਰਿਕਟਰ ਤੇ ਬਿਜ਼ਨਸਮੈਨ, ਸੋ ਜੋ ਸਾਡਾ ਆਂਸਰ ਆਏਗਾ ਹੋਏਗਾ ਥਰਡ। ਵਾਟ ਇਜ਼ ਦ ਪੋਜੀਸ਼ਨ ਆਫ ਦ ਬਿਜ਼ਨਸਮੈਨ ਵਿਦ ਰਿਸਪੈਕਟ ਟੂ ਦ ਪਾਇਲਟ। ਸੋ ਪਾਇਲਟ ਦੇ ਹਿਸਾਬ ਨਾਲ, ਸੋ ਆਪਾਂ ਪਾਇਲਟ ਨੂੰ ਬੇਸ ਲਵਾਂਗੇ ਤੇ ਬਿਜ਼ਨਸਮੈਨ ਦੇਖਾਂਗੇ ਕੀ ਪੋਜੀਸ਼ਨ ਹੈ ਉਹਨਾਂ ਦੀ। ਸੋ ਦਿਸ ਇਜ਼ ਪਾਇਲਟ ਤੇ ਬਿਜ਼ਨਸਮੈਨ ਇੱਧਰ ਹੈ। ਸੋ ਜੇ ਆਪਾਂ ਕਲੌਕਵਾਈਜ਼ ਡਾਇਰੈਕਸ਼ਨ ਨੂੰ ਜਾਈਏ ਤਾਂ 1 2 3 ਹੋ ਜਾਏਗਾ ਲੈਫਟ ਦੇ ਵਿੱਚ, ਥਰਡ ਟੂ ਦ ਲੈਫਟ ਹੈਗਾ ਆਪਸ਼ਨ। ਜੇ ਨਾ ਹੁੰਦਾ ਤਾਂ ਫਿਰ ਆਪਾਂ ਰਾਈਟ ਤੋਂ ਜਾਂਦੇ, ਬਟ ਆਪਾਂ ਕੋਲ ਥਰਡ ਟੂ ਦ ਲੈਫਟ ਆਪਸ਼ਨ ਹੈਗਾ। ਹੂ ਸਿਟਸ ਥਰਡ ਟੂ ਦ ਰਾਈਟ ਆਫ ਦ ਪ੍ਰੋਫੈਸਰ। ਪ੍ਰੋਫੈਸਰ ਦੇ ਥਰਡ ਰਾਈਟ ਤੇ ਕੌਣ ਹੈ? ਸੋ ਪ੍ਰੋਫੈਸਰ ਦੇ ਥਰਡ ਰਾਈਟ, ਐਂਟੀ ਕਲੌਕਵਾਈਜ਼ 1 2 3। ਆਂਸਰ ਇਜ਼ ਵੀ ਕੌਣ ਹੈ? ਕ੍ਰਿਕਟਰ ਹੈ। ਸੋ ਆਂਸਰ ਇਜ਼ ਦ ਕ੍ਰਿਕਟਰ, ਥਰਡ ਆਂਸਰ। ਨੈਕਸਟ ਕੁਐਸਚਨ ਆ ਜਾਏਗਾ, ਵਿਚ ਆਫ ਦ ਫੋਲੋਇੰਗ ਇਜ਼ ਟਰੂ ਰਿਗਾਰਡਿੰਗ ਆਰ। ਸੋ ਆਰ ਦੇ ਬਾਰੇ ਕਿਹੜੀ ਇਨਫੋਰਮੇਸ਼ਨ ਸਹੀ ਹੈ? ਨਨ ਇਜ਼ ਟਰੂ। ਲਾਸਟ ਤੋਂ ਸਟਾਰਟ ਕਰਦੇ ਹਾਂ। ਹੀ ਇਜ਼ ਐਨ ਇਮੀਡੀਏਟ ਨੇਬਰ ਆਫ ਦ ਪ੍ਰੋਫੈਸਰ। ਪ੍ਰੋਫੈਸਰ ਦਾ ਇਮੀਡੀਏਟ ਨੇਬਰ ਹੈ, ਡੈਫੀਨੇਟਲੀ ਆਰ ਪ੍ਰੋਫੈਸਰ ਇਮੀਡੀਏਟ ਦਾ ਨੇਬਰ ਹੈ। ਸੋ ਆਂਸਰ ਸਾਡਾ ਹੋ ਜਾਏਗਾ फोर्थ। How many people sit between the banker and W when counted anti-clockwise direction from the banker? So banker to W anti-clockwise. So banker, this is banker and this is W. So anti-clockwise दो persons banker ਤੇ W तक दो persons which arrange ਹੁੰਦੇ ਹੈ, middle ਚ ਬੈਠੇ ਹੈ। How many people sit between? So दो persons बैठे हैं, so answer is third. Sixth है, who among the following is a pilot? So who is pilot? Answer is Q.
सेकंड आंसर आ जाता है। सो ये थोड़े 6 क्वेश्चंस कंप्लीट हो जाते हैं, हले 2 क्वेश्चंस हो रह गए, वो भी आप सॉल्व करांगे। व्हाट इज प्रोफेशन ऑफ जेड? डॉक्टर, आंसर इज फोर्थ। एंड हु अमंग द फॉलोइंग सिट्स एग्जैक्टली बिटवीन टी एंड क्यू? सो टी and Q the exactly between S, banker. So answer is fifth, so banker. So ये थोड़े आंसर्स है 3 1 3 4 3 2 4 5, ठीक है। सो ਤੁਸੀਂ PDF ਦੇ ਵਿੱਚ ਇਹਨੂੰ ਚੈੱਕ ਕਰ ਸਕਦੇ ਹੋ। आई होप ਤੁਹਾਨੂੰ ਇਹ क्वेश्चन क्लियर ਹੋਇਆ ਹੋਏਗਾ। क्वेश्चन नंबर 11, A B C D E and F 3 and 3 6 are seated in a circle facing the center, ठीक है। A and C are seated adjacent to each other। So first of all 6 persons ही है सिर्फ। So A and C are seated adjacent to each other। A ਤੇ C ਇੱਕ ਦੂਜੇ ਦੇ adjacent ਹੈ, ਪਰ ਜੇ ਆਪਾਂ A ਨੂੰ ਇੱਥੇ ਲਈਏ ਤਾਂ C ਇੱਧਰ ਵੀ ਹੋ ਸਕਦਾ ਹੈ, ਇੱਧਰ ਵੀ ਹੋ ਸਕਦਾ ਹੈ, ਕਨਫਰਮ ਨਹੀਂ ਹੈ। ਅੱਗੇ ਰੀਡ ਕਰਦੇ ਹਾਂ, E and B are also seated adjacent to each other। So E and B ਵੀ ਇੱਕ ਦੂਜੇ ਦੇ adjacent ਹੈ। adjacent means side by side neighbor ਹੈ, immediate neighbor। B is to the immediate left of F। So ਆਪਾਂ ਇੱਥੋਂ start ਕਰ ਲੈਂਦੇ ਹਾਂ। So F ਨੂੰ ਜੇ ਆਪਾਂ base ਲਈਏ left clockwise direction immediate, ਸੋ ਆਪਾਂ ਇੱਥੇ ਅਰੇਂਜ ਕਰਾਂਗੇ B, ਤੇ B ਤੇ E ਇਮੀਡੀਏਟ ਨੇਬਰ ਹੈ, ਸੋ ਆਪਾਂ ਇੱਥੇ E ਅਰੇਂਜ ਕਰ ਸਕਦੇ ਹਾਂ। ਸਟਿਲ A ਤੇ C ਕਿਤੇ ਵੀ ਹੋ ਸਕਦੇ ਹੈ। देयर आर 2 persons between D and E। E ਇੱਥੇ 2 persons ਇੱਥੇ ਹੋ ਗਏ, ਸੋ that means there are 2 persons between D and E। so this is D, ਕਿਉਂਕਿ ਇੱਧਰੋਂ ਕਰੋ ਜਾਂ ਇੱਧਰੋਂ ਕਰੋ 2 persons ਆਣੇ ਚਾਹੀਦੇ ਹੈ। A is not seated adjacent to E, so that means A ਇੱਥੇ ਨਹੀਂ ਹੈ। this is A and this is C। ਸੋ ਇਹ ਤੁਹਾਡੀ ਸੀਕੁਐਂਸ ਕੰਪਲੀਟ ਹੋ ਜਾਂਦੀ ਹੈ। क्वेश्चंस चेक करते हैं। हाउ मेनी पर्सन्स आर सीटेड बिटवीन F and E? F and E only 1, so आंसर आ जाएगा 1। Who is to the immediate left of E? E the left clockwise direction C, answer is first। Okay, directions है 3 to 5th question है। 4 of the following 5 are alike in a certain way based on their sitting positions in the above arrangement and so form a group which is the one that does not belong to the group। So basically ਇਹਨਾਂ ਚੋਂ 4 ਜਿਹੜੇ ਹੈ ਉਹ ਇੱਕੋ ਹੀ ਗਰੁੱਪ ਨੂੰ ਬਿਲੋਂਗ ਕਰਦੇ ਹੈ, ਤੇ ਇੱਕ ਜਿਹੜਾ ਹੈ ਉਹ ਗਰੁੱਪ ਨੂੰ ਬਿਲੋਂਗ ਨਹੀਂ ਕਰਦਾ, ਜੋ ਆਪਾਂ ਦੇਖਾਂਗੇ ਸਮਝਾਂਗੇ, ਉਹਦੇ ਬੇਸ ਤੇ ਆਨਸਰ ਦੇਵਾਂਗੇ। BA ਆਪੋਜ਼ਿਟ ਬੈਠੇ ਹੈ, BD CF ਆਪੋਜ਼ਿਟ ਹੈ, DE ਆਪੋਜ਼ਿਟ ਹੈ, FC ਆਪੋਜ਼ਿਟ ਹੈ। ਸੋ BD मोस्ट लाइकली थोड़ा आंसर आ जाएगा। सो BD जो कि है सेकेंड। BEC कट्ठे है, CAD भी ठीक है, FDA ऑपोजिट डायरेक्शन हुआ है, DFB ठीक है, ADF। सो आप जो आंसर टिक करेंगे FDA रिवर्स सेक्शन उसेगा एंटी क्लॉकवाइज। सो बाकी सारे क्लॉकवाइज डायरेक्शन है नाल दी नाल। सो आंसर इज थर्ड। जो तुहानू नहीं क्लियर होया एक बार फिर दोबारा चेक करो, डेफिनेटली तुहानू क्लियर हो जाएगा। नेक्स्ट है AC EB। सो AC EB CE ठीक है, AF इत्थे डिफरेंस है, DA ठीक है। सो आप जो आंसर टिक करांगे होएगा A एंड F। सो आंसर इज फोर्थ। सो ये थोड़े 5 क्वेश्चंस कंप्लीट हो जाते। आई होप तुहानू क्लियर हो गया है। क्वेश्चन नंबर 12, 9 friends L M N O P Q R S and T ठीक है, sitting around a circle facing the center। so 9 friends ਨੂੰ ਆਪਾਂ ਅਰੇਂਜ ਕਰਾਂਗੇ 1 2 4 6 8 and 9 ठीक है। सो ਇਹਨਾਂ ਨੂੰ ਆਪਾਂ ਸੋਲਵ ਕਰਾਂਗੇ। T sits fifth to the right of R। so ਆਪਾਂ R ਨੂੰ ਬੇਸ ਲਵਾਂਗੇ। right fifth T, right means anti-clockwise, 1 2 3 4 5, this is T। okay, so N is not an immediate neighbor of either R or T। so N जो है वो ना ही R ਦਾ immediate neighbor है ਤੇ ਨਾ ਹੀ ਉਹ T ਦਾ immediate neighbor है। so ਇਹਨੂੰ ਆਪਾਂ ਇੱਥੇ ਵੀ ਅਰੇਂਜ ਨਹੀਂ ਕਰ ਸਕਦੇ, ਠੀਕ ਹੈ। so N is not an immediate neighbor of R or T। M sits between S and P। so M sits between S and P। so S ਤੇ P ਦੇ ਵਿੱਚ ਆਪਾਂ M ਨੂੰ ਅਰੇਂਜ ਕਰਾਂਗੇ, ਬਟ ਇਹਨੂੰ ਹਲੇ ਆਪਾਂ ਇੱਥੇ ਪਲੇਸ ਤਾਂ ਨਹੀਂ ਕਰ ਪਾਵਾਂਗੇ। SMP ਕਿੱਧਰ ਨੂੰ ਵੀ ਉਹ ਅਰੇਂਜ ਹੋ ਸਕਦਾ। ਸੋ ਮਲਟੀਪਲ ਆਪਸ਼ਨਸ ਹੈ। N sits fourth to the left of P। okay,
सो बट P ਤਾਂ ਹਲੇ ਆਪਾਂ ਅਰੇਂਜ ਨਹੀਂ ਕੀਤਾ ਸੋ N sits fourth to the left of P so P ਦੇ left clockwise so 1 2 3 fourth position ਦੇ ਆਪਾਂ N ਨੂੰ ਅਰੇਂਜ ਕਰਾਂਗੇ ਸੋ P ਦੇ fourth position ਦੇ left ਦੇ ਵਿੱਚ ਆਪਾਂ N ਨੂੰ ਅਰੇਂਜ ਕਰਾਂਗੇ ਸੋ ਤਿੰਨ ਪਰਸਨਸ ਨੂੰ ਅਰੇਂਜ ਕਰਨ ਤੋਂ ਬਾਅਦ ਚੌਥਾ ਪਰਸਨ N ਹੋਏਗਾ P ਦੇ ਲੈਫਟ 'ਚ ਠੀਕ ਹੈ ਬਟ N ਦੇ ਲਈ ਸਾਡੇ ਕੋਲ ਕਾਫੀ ਰਿਸਟ੍ਰਿਕਸ਼ਨਸ ਹੈਗੀਆਂ ਠੀਕ ਹੈ ਆਪਾਂ ਇਹਨੂੰ ਇਕੱਠਾ ਕਰਕੇ ਇਹਨੂੰ ਅਰੇਂਜ ਕਰਦੇ ਹਾਂ O sits second to the right of Q and S is not an immediate neighbor of T okay T ਦੇ neighbor S ਵੀ ਨਹੀਂ ਹੈ ਠੀਕ ਹੈ ਸੋ ਇਹਨੂੰ ਆਪਾਂ ਕੈਂਸਲ ਕਰ ਦਾਂਗੇ ਇੱਕ ਲਾਈਨ ਸੀ O sits second to the right of Q O ਤੇ Q ਵੀ ਨਹੀਂ ਹੈ ਬਟ Q ਦੇ right second O ਰਾਈਟ ਸੋ ਮੀਨਸ ਐਂਟੀ ਕਲੌਕਵਾਈਜ਼ ਇੱਥੇ ਆਪਾਂ ਉਹ ਲਵਾਂਗੇ ਸੋ ਆ ਇੱਕ ਸੀਕੁਐਂਸ ਹੈ ਜੇ ਆਪਾਂ ਇਹਨੂੰ ਪਲੇਸ ਕਰੀਏ ਲੈਟ ਸਪੋਜ਼ ਆਪਾਂ ਇੱਥੋਂ ਅਰੇਂਜ ਕਰੀਏ ਇਹਨੂੰ SMP P ਤੋਂ ਬਾਅਦ 1 2 3 ਛੱਡ ਕੇ N ਨੂੰ ਆਪਾਂ ਅਰੇਂਜ ਕਰਾਂਗੇ ਕਲੌਕਵਾਈਜ਼ ਡਾਇਰੈਕਸ਼ਨ 'ਚ ਲੈਫਟ ਦੇ ਵਿੱਚ SMP ਸੋ ਜੇ ਆਪਾਂ ਇੱਥੋਂ ਸਟਾਰਟ ਕਰੀਏ S ਇੱਥੇ ਤਾਂ ਨਹੀਂ ਲੈ ਸਕਦੇ ਬਿਲਕੁਲ S 'ਚ ਆਪਾਂ ਇੱਥੇ ਨਹੀਂ ਲੈ ਸਕਦੇ S ਇੱਥੇ ਵੀ ਨਹੀਂ ਲੈ ਪਾਵਾਂਗੇ ਆਪਾਂ ਕਿਉਂਕਿ S ਲਗਾਈਏ MP ਇੱਧਰ ਨੂੰ ਵੀ ਅਰੇਂਜ ਨਹੀਂ ਹੋਏਗਾ MP ਇੱਧਰ ਨੂੰ ਵੀ ਅਰੇਂਜ ਨਹੀਂ ਹੋਏਗਾ ਕਿਉਂਕਿ ਇੱਧਰ ਆ ਰਿਹਾ ਇੱਧਰ T ਹੈ ਸੋ ਇਹ ਵੀ S ਗਲਤ ਹੈ ਇਹ ਵੀ S ਗਲਤ ਹੈ ਇਹ ਵੀ S ਗਲਤ ਹੈ ਇੱਥੇ ਵੀ S ਨਹੀਂ ਆ ਸਕਦਾ ਕਿਉਂਕਿ T ਹੈ ਸੋ 1 2 3 4 ਆਪਸ਼ਨਸ ਕੈਂਸਲ ਹੋ ਜਾਂਦੇ ਆ ਇਸ 'ਤੇ ਇੱਥੇ ਹੋ ਸਕਦਾ ਇਹ ਵੀ S ਗਲਤ ਹੈ 5 ਆਪਸ਼ਨਸ ਕੈਂਸਲ ਹੋ ਜਾਂਦੇ ਆ ਠੀਕ ਹੈ ਸੋ ਇੱਧਰ ਹੋ ਸਕਦਾ ਪਹਿਲਾਂ ਇੱਧਰ ਦੇਖਦੇ ਹਾਂ SMP ਠੀਕ ਹੈ ਅਤੇ P ਦੇ ਫਸਟ ਸੈਕਿੰਡ ਥਰਡ ਫੋਰਥ 'ਤੇ ਆਪਾਂ N ਅਰੇਂਜ ਕਰਾਂਗੇ ਸੋ ਇੱਥੇ S ਅਰੇਂਜ ਕੀਤਾ ਜਾ ਸਕਦਾ ਇੱਥੇ ਨਹੀਂ ਹੈ ਇੱਥੇ ਜੇ ਆਪਾਂ S ਅਰੇਂਜ ਕਰੀਏ ਸੋ S ਜੇ ਆਪਾਂ ਇੱਧਰ ਲਈਏ ਤਾਂ MP ਇੱਧਰ ਅਰੇਂਜ ਕਰ ਸਕਦੇ ਹਾਂ ਬਟ P ਜੇ ਆਪਾਂ ਇੱਧਰ ਨੂੰ ਅਰੇਂਜ ਕਰੀਏ P ਦੇ 1 2 3 4 ਇੱਥੇ N ਅਰੇਂਜ ਕਰਨਾ ਪਏਗਾ ਸੋ ਜੇ SMP ਆਪਾਂ ਇੱਧਰ ਅਰੇਂਜ ਕਰੀਏ ਦੈਨ P ਦੇ N is fourth to the left of P ਦੇ ਲੈਫਟ ਉੱਧਰ ਜਾਏਗਾ 1 2 3 4 N ਇੱਥੇ ਅਰੇਂਜ ਨਹੀਂ ਹੋ ਸਕਦਾ ਸੋ ਦੈਟ ਮੀਨਸ S ਨੂੰ ਆਪਾਂ ਇੱਥੇ ਵੀ ਅਰੇਂਜ ਨਹੀਂ ਕਰ ਸਕਦੇ ਇੱਥੇ ਵੀ ਗਲਤ ਹੋ ਜਾਏਗਾ S ਨੂੰ ਜੇ ਆਪਾਂ ਇੱਥੇ ਅਰੇਂਜ ਕਰੀਏ ਇੱਥੇ ਨਹੀਂ ਕਰ ਸਕਦੇ SMP ਉੱਧਰ ਨੂੰ ਵੀ ਨਹੀਂ ਜਾਂਦਾ SMP ਇੱਧਰ ਆ ਸਕਦਾ SMP ਬਟ P ਦੇ ਫਸਟ ਸੈਕਿੰਡ ਥਰਡ ਫੋਰਥ 'ਤੇ N ਨਹੀਂ ਆ ਸਕਦਾ ਸੋ ਆਪਾਂ S ਇੱਥੇ ਵੀ ਅਰੇਂਜ ਨਹੀਂ ਕਰ ਸਕਦੇ ਇੱਥੇ ਤਾਂ ਐਸਾ ਆਏਗਾ ਨਹੀਂ ਇੱਥੇ ਜੇ S ਰੱਖੀਏ SMP P ਇੱਥੇ ਆ ਜਾਏਗਾ M ਇੱਥੇ ਆ ਕੇ P ਇੱਥੇ ਆ ਜਾਏਗਾ ਸੋ P ਦੇ ਫੋਰਥ ਲੈਫਟ P ਦਾ ਫੋਰਥ ਲੈਫਟ ਕਲੌਕਵਾਈਜ਼ 1 2 3 4 ਬਟ N ਇੱਥੇ ਫਿਰ ਨਹੀਂ ਅਰੇਂਜ ਕੀਤਾ ਜਾ ਸਕਦਾ ਸੋ ਦੈਟ ਮੀਨਸ P ਇੱਥੇ ਵੀ ਆਪਾਂ ਅਰੇਂਜ ਨਹੀਂ ਕਰ ਸਕਦੇ ਸੋ ਇੱਥੇ ਵੀ S ਨਹੀਂ ਆਏਗਾ ਫਿਰ ਇੱਥੇ ਵੀ S ਨਹੀਂ ਹੈ 1 2 3 ਇੱਥੇ ਵੀ ਨਹੀਂ ਤਿੰਨਾਂ ਸਾਈਡ 'ਤੇ ਨਹੀਂ 4 5 6 7 ਇੱਥੇ ਵੀ S ਨਹੀਂ ਹੈ ਕਿਉਂਕਿ ਆਲਰੇਡੀ ਆ ਰਿਹਾ ਸੋ ਦਿਸ ਇਜ਼ ਓਨਲੀ ਪਲੇਸ ਜਿੱਥੇ ਆਪਾਂ S ਨੂੰ ਅਰੇਂਜ ਕਰ ਸਕਦੇ ਹਾਂ ਤੁਸੀਂ ਇਹਨੂੰ ਇੱਕ ਵਾਰ ਫਿਰ ਚੈੱਕ ਕਰੋ ਤੁਹਾਨੂੰ ਕਲੀਅਰ ਹੋ ਜਾਏਗਾ ਦਿਸ ਇਜ਼ ਓਨਲੀ ਪਲੇਸ ਜਿੱਥੇ ਆਪਾਂ S ਪਲੇਸ ਕਰ ਸਕਾਂਗੇ M ਇੱਧਰ ਹੋਏਗਾ ਇੱਥੇ P ਹੋਏਗਾ ਅਤੇ P ਦੇ 1 2 3 4 ਇੱਥੇ ਆਪਾਂ N ਅਰੇਂਜ ਕਰਾਂਗੇ ਬਾਕੀ ਇਹ ਕੰਡੀਸ਼ਨਸ ਅਕੋਰਡਿੰਗਲੀ ਜੇ ਤੁਸੀਂ ਕਿਤੇ ਵੀ ਹੋਰ SMP ਨੂੰ ਅਰੇਂਜ ਕਰੋਗੇ ਤਾਂ ਉਸ ਤੋਂ ਬਾਅਦ P ਦੇ ਫੋਰਥ ਲੈਫਟ 'ਤੇ N ਨੂੰ ਅਰੇਂਜ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਡੇ ਸਾਰੀਆਂ ਸੀਕੁਐਂਸਿਸ ਹੈ ਕਿਉਂਕਿ ਇੱਥੇ ਵੀ N ਨਹੀਂ ਹੈ 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 ਇਹ ਦੋਗਾਂ 'ਤੇ S ਵੀ ਨਹੀਂ ਹੈ ਸੋ ਇਹ ਸਾਰੀਆਂ ਸੀਕੁਐਂਸਿਸ ਤੁਹਾਨੂੰ ਰਿਸਟ੍ਰਿਕਟ ਕਰਦੇ ਆ ਕਿ ਤੁਸੀਂ S ਨੂੰ ਕਿਤੇ ਹੋਰ ਅਰੇਂਜ ਨਾ ਕਰ ਪਾਓ ਆਈ ਹੋਪ ਤੁਹਾਨੂੰ ਇਹ ਸਟੇਟਮੈਂਟ ਕਲੀਅਰ ਹੋ ਰਹੀ ਹੈ ਇੱਥੇ ਤੱਕ ਸੋ ਆ SMP ਅਤੇ P ਦੇ ਫਸਟ ਸੈਕਿੰਡ ਥਰਡ ਫੋਰਥ 'ਤੇ ਆਪਾਂ N ਨੂੰ ਅਰੇਂਜ ਕੀਤਾ ਇੱਥੇ T ਸੀਗਾ ਇੱਥੇ R ਤਿੰਨ ਪਲੇਸਿਸ ਬਚ ਗਈਆਂ ਉਹਦੇ ਵਿੱਚ ਸਾਨੂੰ ਇਹ ਦੱਸਿਆ ਗਿਆ ਸੀ ਕਿ S is not an neighbor of T that is done O sits second to the right of Q ਇੱਥੇ ਵੀ ਲੈ ਸਕਦੇ ਹਾਂ ਇੱਥੇ ਵੀ ਲੈ ਸਕਦੇ ਹਾਂ ਅਤੇ ਇੱਥੇ ਵੀ ਲੈ ਸਕਦੇ ਹਾਂ ਅਤੇ ਜੇ ਆਪਾਂ Q ਨੂੰ ਇੱਥੇ ਲਈਏ ਤਾਂ ਉਹਦਾ ਸੈਕਿੰਡ ਰਾਈਟ O ਨਹੀਂ ਆਏਗਾ Q ਨੂੰ ਇੱਥੇ ਲਈਏ ਸੈਕਿੰਡ ਰਾਈਟ O ਨਹੀਂ ਆਏਗਾ ਸੋ Q ਨੂੰ ਆਪਾਂ ਇੱਥੇ ਲੈ ਸਕਦੇ ਹਾਂ ਅਤੇ ਸੈਕਿੰਡ ਰਾਈਟ ਅਤੇ O ਨੂੰ ਆਪਾਂ ਇੱਥੇ ਐਡਜਸਟ ਕਰ ਸਕਦੇ ਹਾਂ ਠੀਕ ਹੈ ਸੋ ਇਸ ਕੇਸ ਦੇ ਵਿੱਚ ਜੋ ਪਰਸਨ ਰਹਿ ਜਾਂਦਾ ਹੈ ਉਹ ਰਹਿ ਜਾਂਦਾ L ਸੋ ਆ ਸੀਕੁਐਂਸ ਇੱਥੇ ਕੰਪਲੀਟ ਹੋ ਜਾਂਦੀ ਹੈ ਸੋ ਆ ਸਾਰੀ ਸੀਕੁਐਂਸ ਸਾਡੀ ਕੰਪਲੀਟ ਹੋ ਗਈ ਸੋ ਸੈਕਿੰਡ ਟੂ ਦ ਰਾਈਟ ਆਫ Q S ਇਜ਼ ਨੋਟ ਐਮ ਠੀਕ ਹੈ ਸੋ ਆ ਸਾਰੀ ਕੰਪਲੀਟ ਹੋ ਜਾਂਦੀ ਹੈ ਹੁਣ ਜੇ ਆਪਾਂ ਕੁਐਸਚਨਸ ਚੈੱਕ ਕਰੀਏ ਫਸਟ ਕੁਐਸਚਨ ਕੀ ਹੈ ਹੂ ਇਜ਼ ਸੈਕਿੰਡ ਟੂ ਦ ਰਾਈਟ ਆਫ M ਦੇ ਸੈਕਿੰਡ ਰਾਈਟ ਮੀਨਸ ਐਂਟੀ ਕਲੌਕਵਾਈਜ਼ ਆਂਸਰ ਆ ਜਾਂਦਾ R ਸੋ ਆਂਸਰ ਜੋ ਹੋਏਗਾ ਉਹ ਹੋਏਗਾ ਫਸਟ If all the 9 friends are made to sit alphabetically in the clockwise direction starting from L, positions of how many will remain unchanged, excluding L? So L ਤੋਂ ਨਾ ਆਪਾਂ ਸਾਰੇ clockwise direction ਦੇ ਵਿੱਚ alphabetically ਉਹਨਾਂ ਦੀ sitting arrangement ਬਣਾਉਣੀ ਹੈ ਤੇ ਆਪਾਂ ਦੇਖਾਂਗੇ ਕਿੰਨੇ ਦੀਆਂ ਦੀ ਪੋਜੀਸ਼ਨ ਅਨਚੇਂਜਡ ਹੈ L ਨੂੰ ਛੱਡ ਕੇ ਸੋ ਜੇ ਆਪਾਂ L ਚੈੱਕ ਕਰੀਏ L M N O
P Q R S T। ਸੋ ਐਕਚੁਅਲੀ ਐਲ ਨੂੰ ਛੱਡ ਕੇ 2 ਪਰਸਨਸ ਹੋ ਰਹੇ ਜੇ ਆਪਾਂ ਐਲ ਤੋਂ ਆਪਾਂ ਸਿਟਿੰਗ ਅਰੇਂਜਮੈਂਟ ਕਰੀਏ ਅਲਫਾਬੈਟਿਕਲੀ ਤੇ ਐਨ ਤੇ ਟੀ ਦੀ ਪੋਜੀਸ਼ਨ ਅਨਚੇਂਜਡ ਰਹਿੰਦੀ ਹੈ, ਬਾਕੀ ਸਾਰੇ ਚੇਂਜ ਹੋ ਜਾਂਦੇ ਆ। ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਰਿਹਾ ਹੈ। ਸੋ 2 ਪਰਸਨਸ ਹੈ, ਸੋ ਇਸ ਕਰਕੇ ਆਪਣਾ ਆਂਸਰ ਜੋ ਹੋਏਗਾ ਉਹ ਹੋਏਗਾ ਥਰਡ। ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਗਿਆ। ਨੈਕਸਟ ਕੁਐਸਚਨ ਚੈੱਕ ਕਰਦੇ ਹਾਂ। 4 of the following 5 are alike in a certain way based on their sitting positions in the above arrangement and so form a group. Which is the one that does not belong to the group? So LP L एक छड़ के P आ जाता है, SP S एक छड़ के P आ जाता है, बट ये opposite direction च है। TS दो छड़ के है, LN भी एक छड़ के है, ठीक है, दूसरी साइड में चला जाता है। तो QO, सो QO भी ठीक है। सो इस डायरेक्शन में, इस डायरेक्शन में, इस डायरेक्शन में, इस डायरेक्शन। सो एक्चुअली दो उधर क्लीयर होंगे, दो इधर भी क्लीयर होंगे, ठीक है, दो आ ते दो आ ते। बट जिहड़ा TS है वो डिफरेंट है, क्योंकि ਉਹਦੇ ਵਿੱਚ 2 ਪਰਸਨਸ ਸਕਿਪ ਹੁੰਦੇ ਆ T ਤੇ S ਦੇ ਵਿੱਚ। आई होप ਤੁਹਾਨੂੰ ਕਲੀਅਰ ਹੋ ਰਿਹਾ। ਸੋ ਜੋ ਆਪਾਂ ਆਨਸਰ ਦੇਵਾਂਗੇ ਜੋ ਗਰੁੱਪ ਨੂੰ ਬਿਲੋਂਗ ਨਹੀਂ ਕਰਦਾ, ਕਿਉਂਕਿ ਦੋ ਦੋ ਦੇ ਪੇਅਰਸ ਬਣ ਰਹੇ ਸੈਪਰੇਟਲੀ। ਸੋ ਆਨਸਰ ਇਜ਼ ਥਰਡ, ਠੀਕ ਹੈ। which of the following is Q's position with respect to M in the anti-clockwise direction starting from M? So Q ਦੀ position ਦੱਸਣੀ ਆ ਆਪਾਂ M ਤੋਂ, M starting from M, so 1 2 3 third, third to the right, correct, so third to the right, so answer is 3. If S ratio Q, the combination of S is with Q, then N the combination किधर नाल होएगा, so answer is L. So again answer किया जाता है third. Yes. Who is to the immediate left of T? Immediate left of T, the clockwise direction, immediate left again L, so answer किया जाता है again third. So I hope ਤੁਹਾਨੂੰ questions clear ਹੋਏ ਹੈ। S Q N L, definitely answer is third. Immediate left of T, ठीक है, so सारे third ही answer आ रहे हैं। So let's see जे बाकी भी एक बार check करिए। Fourth, which of the following O's position with respect to M? O's position, sorry मैं Q ਦੀ position ਦੱਸੀ ਇੱਥੇ, O ਦੀ position ਦੱਸਣੀ ਸੀ with respect to M। 1 2 3 4 5, fifth anti-clockwise direction, fifth from the right, fifth of the right, so answer should be second here. The answer of fourth question should be second. Okay, correct. So I made a mistake here. Which are the okay, this one is correct. Okay, this one is also correct. So ये थोड़े answers है। I hope जे ਤੁਹਾਨੂੰ कुछ जे नहीं clear होया ਤੁਸੀਂ ਇਹਨੂੰ ਦੁਬਾਰਾ refer ਕਰ ਸਕਦੇ ਹੋ। I hope ਤੁਹਾਨੂੰ clear हो गया कि कितने mistake हुई सी अपनी। Okay.